सतनाम श्री वाहिगुरु साहब जीओ। एक मन पुरख ध्याए बरदाता, संत सहार सदा विख्याता। तास चरण लहर दे बसावो, तो परम गुरु नानक गुण गावो। प्रभ दातो दातार परयो जाचक एक सरना, मिलै दान संतरेन जिह लग भौजल तरना। बिनत करूं अरदास सुनो, जिह ठाकुर भावै। देहो दर्श मन चाओ, भगत एह मन ठहरावै। बलियो चिराग अंधियार मह, सब कल उधरी एक नाम धर्म। प्रगट सगल हर भवन मह, यन नानक गुर पार ब्रह्म। निरंकार आकार अशल पूर्ण अविनाशी, हरखवंत अनंत रूप निर्मल बेगासी। गुण गावह बेअंत अंत एक तिल नहीं पासी। या को होए कृपाल सो जन, प्रभ तुम्हें मिलासी। धन धन ते धन जन, जिह कृपाल हर हर भयो। हर गुर नानक जिन परस्यो, से जन्म मरण दोह थे रहयो। सत सत हर सत सत, सत है पै भणिया। दूसर आन न अवर पुरख, पौरातन सुनिया। अमृत हर को नाम लैत, मन सब सुख पाए। जिह रसन चाख्यो, तिह जन तृप्त अगाए। जिह ठाकुर सो प्रसन्न भयो, सत संगत तह प्यार। हर गुर नानक जिन परस्यो, तिन सब कुल कियो उधार। सतयुग तै माणियो, शलियो बल बामन पायो। त्रेतै तै माणियो, राम रघुवंश कहायो। द्वापर कृष्ण मुरार, कंस किरतार्थ कियो। उगर सैन को राज, अपै भगतै जन दियो। कलयुग परमाण नानक गुरु, गुर अंगद अमर कहायो। श्री गुर राज अब चल अटल, आद पुरख फुरमायो। कलयुग परमान नानक, गुर अंगद अमर कहायो। श्री गुर राज अब चल अटल, आद पुरख फुरमायो। चवर तख्त दे मालिक, दो जहान दे वाली, धन सतगुरु शब्द गुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਆਓ ਸਾਰੇ ਰਸਨਾ ਨੂੰ ਪਵਿੱਤਰ ਕਰੀਏ। ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਈਏ ਅਤੇ ਗੁਰੂ ਸਾਹਿਬ ਜੀ ਤੋਂ ਬਖਸ਼ਿਸ਼ ਪ੍ਰਾਪਤ ਫਤਿਹ ਨੂੰ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜੋ ਜਾਹਰ ਪੀਰ ਜਗਤ ਗੁਰ ਬਾਬਾ
ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਤਿਨਾਂ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਮਹਾਂਪੁਰਸ਼ ਸੰਤ ਬਾਬਾ ਬਲਵੰਤ ਸਿੰਘ ਜੀ ਹਰਖੋਵਾਲ ਵਾਲੇ ਤੇ ਸੰਤ ਬਾਬਾ ਦਿਲਾਵਰ ਸਿੰਘ ਜੀ ਬ੍ਰਹਮ ਜੀ ਚੱਬੜਾਂ ਵਾਲੇ, ਜਿਨ੍ਹਾਂ ਵੱਲੋਂ ਗੁਰਬਾਣੀ ਦੇ ਇਹਨਾਂ ਪਾਵਨ ਪਵਿੱਤਰ ਬਚਨਾਂ ਅਨੁਸਾਰ ਲੰਗਰ ਚੱਲੇ ਗੁਰ ਸ਼ਬਦ ਹਰ ਟੋਟ ਨ ਆਵੇ ਖਟੀਏ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ। ਗੁਰੂ ਘਰ ਦੇ ਵਿੱਚ ਜੋ 2 ਲੰਗਰ ਚੱਲਦੇ ਹਨ, ਇੱਕ ਪ੍ਰਸ਼ਾਦੇ ਦਾ ਲੰਗਰ ਤੇ ਦੂਸਰਾ ਸ਼ਬਦ ਦਾ ਲੰਗਰ। ਪ੍ਰਸ਼ਾਦੇ ਦਾ ਲੰਗਰ ਸਾਡੀ ਤਨ ਦੀ ਭੁੱਖ ਨੂੰ ਮਿਟਾਉਂਦਾ ਹੈ ਤੇ ਸ਼ਬਦ ਦਾ ਲੰਗਰ ਸਾਡੇ ਮਨ ਦੀ ਭੁੱਖ ਨੂੰ ਮਿਟਾਉਂਦਾ ਹੈ ਤੇ ਜਨਮਾਂ ਜਨਮਾਂ ਦੀ ਪਿਆਸ ਜੋ ਹੈ ਇਸ ਗੁਰੂ ਦੇ ਸ਼ਬਦ ਨੂੰ ਦੇ ਲੰਗਰ ਨੂੰ ਛਕਣ ਦੇ ਨਾਲ ਮਿਟ ਜਾਂਦੀ ਹੈ, ਤ੍ਰਿਪਤ ਹੋ ਜਾਂਦਾ ਹੈ। ਮਹਾਂਪੁਰਸ਼ਾਂ ਵੱਲੋਂ ਦੋਨੋਂ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ। ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਢਾਡੀ ਜਥੇ ਪਾਸੋਂ ਆਪ ਸਾਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ ਢਾਡੀ ਵਾਰਾਂ ਰਾਹੀਂ ਸਰਵਣ ਕਰ ਰਹੇ ਸੀ। ਬਹੁਤ ਸੋਹਣੇ ਤਰੀਕੇ ਦੇ ਨਾਲ ਦੂਸਰੇ ਧਰਮਾਂ ਦੇ ਪ੍ਰਮਾਣਾਂ ਦੇ ਦੁਆਰਾ, ਬਾਣੀ ਦੇ ਪ੍ਰਮਾਣਾਂ ਦੇ ਦੁਆਰਾ ਸਿੱਖ ਇਤਿਹਾਸ ਆਪ ਜੀ ਦੇ ਸਨਮੁਖ ਰੱਖ ਰਹੇ ਸਨ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦੀ ਬਾਬਤ 5ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ, ਗੁਰ ਨਾਨਕ ਜੀ ਨੂੰ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ। ਜਿਨ੍ਹਾਂ ਨੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕੀਤੇ, ਸਤਿਗੁਰੂ ਜੀ ਦੀ ਬਾਣੀ ਪੜ੍ਹੀ ਸੁਣੀ ਹੈ, ਉਹਨਾਂ ਸਾਰਿਆਂ ਦਾ ਜੰਮਣ ਮਰਨ ਦਾ ਚੱਕਰ ਕੱਟਿਆ ਗਿਆ ਹੈ। ਤੇ ਪਾਤਸ਼ਾਹ ਜੀ ਇਹ ਵੀ ਬਚਨ ਫਰਮਾਉਂਦੇ ਹਨ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਬਤ ਪਾਤਸ਼ਾਹ ਜੀ ਵੱਲੋਂ ਇਹ ਬਚਨ ਕਹਿ ਕੇ ਸ਼ਰਧਾ ਸਤਿਕਾਰ ਭੇਟਾ ਕੀਤਾ ਗਿਆ ਕਿ ਪਾਤਸ਼ਾਹ ਜੀ ਆਪ ਸਭ ਨਾਲੋਂ ਵੱਡੇ ਹੋ। ਜਿੰਨੇ ਵੀ ਦੁਨੀਆ ਦੇ ਵਿੱਚ ਰਿਸ਼ੀ ਮੁਨੀ ਪੀਰ ਪੈਗੰਬਰ ਅੱਜ ਤੱਕ ਹੋਏ ਹਨ, ਉਹ ਕੋਈ ਵੀ ਆਪ ਜੀ ਦੇ ਬਰਾਬਰ ਦਾ, ਆਪ ਜੀ ਦੇ ਮੁਕਾਬਲਾ ਨਹੀਂ ਕਰ ਸਕਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਸਭ ਨਾਲੋਂ ਵੱਡੇ ਹੋ ਤੇ ਕਲਯੁਗ ਦੇ ਵਿੱਚ ਆਪ ਸਾਡੇ ਜੀਵਾਂ ਦੀ ਰਾਖੀ ਰੱਖ ਰਹੇ ਹੋ। ਪਤ ਜੇ ਹੈ ਸਾਡੀ ਵਿਚਾਰੇ ਹੋ। ਹੁਣ ਸਾਧ ਸੰਗਤ ਜੀ, ਇਹ 5ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬਚਨ ਹਨ ਤੇ ਕੋਈ ਵੀ ਕਹਿ ਸਕਦਾ ਹੈ ਕਿ ਸਤਿਗੁਰੂ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਉੱਪਰ ਸੁਭਾਏਮਾਨ ਹਨ ਤੇ ਗੱਦੀ ਦੇ ਉੱਪਰ ਸੁਭਾਏਮਾਨ ਹੋਣ ਕਰਕੇ ਉਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਵੱਡਾ ਕਹਿ ਰਹੇ ਹਨ। ਔਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਇਹਨਾਂ ਬਚਨਾਂ ਨੂੰ ਇੱਕ ਬੰਨੇ ਰੱਖ ਕੇ ਦੂਸਰੇ ਧਰਮਾਂ ਦੇ ਲਿਖਾਰੀਆਂ ਦੇ ਬਚਨਾਂ ਨੂੰ ਪੜ੍ਹਦੇ ਹਾਂ ਤੇ ਜਿਸ ਤਰ੍ਹਾਂ ਪਾਤਸ਼ਾਹ ਜੀ ਫਰਮਾਉਂਦੇ ਹਨ ਨਾ ਕਿ ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਸੁਣਿਆ, ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕੀਤੇ, ਬਾਣੀ ਦੇ ਵਿੱਚੋਂ ਜਿੱਥੇ ਉਹਨਾਂ ਦਾ ਜੰਮਣ ਮਰਨ ਦਾ ਚੱਕਰ ਕੱਟਿਆ ਗਿਆ, ਉੱਥੇ ਉਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਵੱਡਾ ਗੁਰੂ ਕਹਿ ਰਹੇ ਹਨ।
ਸਿੱਖ ਇਤਿਹਾਸ ਸਾਧ ਸੰਗਤ ਜੀ ਪੜ੍ਹਦੇ ਹਾਂ। ਮਹਾਰਾਜਾ ਰਣਜੀਤ ਸਿੰਘ ਜੀ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦਾਂ ਜਦੋਂ ਅੰਗਰੇਜ਼ਾਂ ਵੱਲੋਂ ਪੰਜਾਬ ਨੂੰ ਆਪਣੇ ਰਾਜ ਭਾਗ ਦਾ ਹਿੱਸਾ ਬਣਾਉਣ ਦੇ ਲਈ ਪੰਜਾਬ ਦੇ ਉੱਪਰ ਹਮਲੇ ਕੀਤੇ ਗਏ ਤੇ ਗੁਰੂ ਦੀਆਂ ਫੌਜਾਂ ਵੱਲੋਂ ਉਹਨਾਂ ਅੰਗਰੇਜ਼ਾਂ ਨੂੰ ਐਸੇ ਹੱਥ ਦਿਖਾਏ ਗਏ, ਲੰਡਨ ਤੱਕ ਕੁਰਲਾਟਾਂ ਮਚ ਗਈਆਂ। ਅੰਗਰੇਜ਼ ਸੋਚਦੇ ਹਨ ਪੂਰੀ ਦੁਨੀਆ ਦੇ ਵਿੱਚ ਕਿਸੇ ਨੇ ਵੀ ਉਹਨਾਂ ਦਾ ਰਸਤਾ ਨਹੀਂ ਰੋਕਿਆ। ਇਹ ਕਿਹੜੀ ਕੌਮ ਹੈ ਜਿਨ੍ਹਾਂ ਨੇ ਉਹਨਾਂ ਨੂੰ ਦਿਨੇ ਤਾਰੇ ਦਿਖਾ ਦਿੱਤੇ ਹਨ ਤੇ ਸਿੱਖਾਂ ਦੀਆਂ ਕਮਜ਼ੋਰੀਆਂ ਲੱਭਣ ਦੇ ਲਈ ਕਿ ਕਿਸ ਤਰ੍ਹਾਂ ਸਿੱਖਾਂ ਨੂੰ ਆਪਣੇ ਕਾਬੂ ਦੇ ਵਿੱਚ ਕੀਤਾ ਜਾ ਸਕਦਾ ਹੈ, ਵੱਸ ਦੇ ਵਿੱਚ ਕੀਤਾ ਜਾ ਸਕਦਾ ਹੈ। ਉਹਨਾਂ ਨੇ ਪਹਿਲਾਂ ਹੋਰਨਾਂ ਕਈਆਂ ਦੀਆਂ ਡਿਊਟੀਆਂ ਲਗਾਈਆਂ ਕਿ ਇਹਨਾਂ ਦੇ ਧਰਮ ਨੂੰ ਪੜ੍ਹਿਆ ਜਾਵੇ, ਬਾਣੀ ਨੂੰ ਪੜ੍ਹਿਆ ਜਾਵੇ, ਇਹਨਾਂ ਦੀਆਂ ਕਮਜ਼ੋਰੀਆਂ ਲੱਭੀਆਂ ਜਾਣ। ਔਰ ਜਦੋਂ ਗੱਲ ਨਹੀਂ ਬਣੀ ਤਾਂ ਉਹਨਾਂ ਮਿਸਟਰ ਮਕਾਲਫ ਦੀ ਡਿਊਟੀ ਲਾਈ, ਇੱਕ ਅੰਗਰੇਜ਼ ਦੀ ਡਿਊਟੀ ਲਗਾਈ ਕਿ ਤੁਸੀਂ ਗੁਰਮੁਖੀ ਪੰਜਾਬੀ ਸਿੱਖ ਕੇ ਇਹਨਾਂ ਦੇ ਧਰਮ ਨੂੰ ਪੜ੍ਹੋ, ਇਹਨਾਂ ਦੀ ਬਾਣੀ ਨੂੰ ਪੜ੍ਹੋ, ਇਹਨਾਂ ਦੀਆਂ ਕਮਜ਼ੋਰੀਆਂ ਲੱਭੋ। ਔਰ ਸਾਧ ਸੰਗਤ ਜੀ, ਮਿਸਟਰ ਮਕਾਲਫ ਕੋਈ ਸ਼ਰਧਾ ਵਸ ਸਿੱਖ ਧਰਮ ਨੂੰ ਨਹੀਂ ਪੜ੍ਹ ਰਿਹਾ। ਸਤਿਗੁਰੂ ਜੀ ਦੀ ਬਾਣੀ ਨੂੰ ਕੋਈ ਉਹ ਪਿਆਰ ਦੇ ਨਾਲ, ਸ਼ਰਧਾ ਦੇ ਨਾਲ ਨਹੀਂ ਪੜ੍ਹ ਰਿਹਾ। ਬਾਣੀ ਪੜ੍ਹ ਰਿਹਾ ਹੈ, ਵਿਚਾਰ ਰਿਹਾ ਹੈ, ਧਰਮ ਨੂੰ, ਇਤਿਹਾਸ ਨੂੰ ਪੜ੍ਹ ਰਿਹਾ ਹੈ ਕਿ ਸਿੱਖਾਂ ਦੀਆਂ ਕਮਜ਼ੋਰੀਆਂ ਲੱਭੀਆਂ ਜਾਣ। ਤੇ ਕਮਜ਼ੋਰੀਆਂ ਤਾਂ ਉਸ ਨੂੰ ਕੀ ਲੱਭਣੀਆਂ ਸਨ? ਸਿੱਖ ਧਰਮ ਨੂੰ, ਸਿੱਖ ਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਇੰਨਾ ਪ੍ਰਭਾਵਿਤ ਹੋਇਆ। ਤੇ ਇੱਥੇ ਇੱਕ ਗੱਲ ਮੈਂ ਇਹ ਵੀ ਕਹਿਣੀ ਚਾਹਾਂਗਾ ਕਿ ਸਾਧ ਸੰਗਤ ਜੀ ਦੇਖੋ, ਜੇ ਇੱਕ ਅੰਗਰੇਜ਼ ਸਤਿਗੁਰੂ ਜੀ ਦੀ ਬਾਣੀ ਪੜ੍ਹਦਾ ਹੈ ਤੇ ਬਾਣੀ ਪੜ੍ਹ ਕੇ ਇੰਨਾ ਪ੍ਰਭਾਵਿਤ ਹੁੰਦਾ ਹੈ ਤਾਂ ਉਹ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣ ਜਾਂਦਾ ਹੈ। ਕੱਲ੍ਹ ਵੀ ਜੋ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 550 ਸਾਲਾ ਪ੍ਰਕਾਸ਼ ਦਿਹਾੜਾ 1 ਤਰੀਕ ਤੋਂ ਮਨਾਇਆ ਜਾ ਰਿਹਾ ਹੈ। ਸਮਾਗਮ ਕਰਵਾਏ ਜਾ ਰਹੇ ਹਨ। ਸਾਧ ਸੰਗਤ ਜੀ, ਰਾਤੀ ਕਵੀ ਦਰਬਾਰ ਸੀ ਤੇ ਉਸ ਕਵੀ ਦਰਬਾਰ ਦੇ ਵਿੱਚ ਇੱਕ ਮੁਸਲਮਾਨ ਕਵੀ ਵੀ ਆਇਆ ਜਿਸ ਨੇ PhD ਤੱਕ ਪੜ੍ਹਾਈ ਕੀਤੀ। ਜਾਂਦਾ ਹਜ਼ਾਰਾਂ ਮਣ ਗ੍ਰੰਥ ਮੈਂ ਪੜ੍ਹ ਚੁੱਕਾ ਹਾਂ, ਪਰ ਜੋ ਰਸ ਸਤਿਗੁਰੂ ਜੀ ਆਪ ਜੀ ਦੀ ਬਾਣੀ ਪੜ੍ਹ ਕੇ ਪ੍ਰਾਪਤ ਹੋਇਆ ਨਾ, ਉਹ ਹਜ਼ਾਰਾਂ ਮਣ ਗ੍ਰੰਥ ਪੜ੍ਹ ਕੇ ਪ੍ਰਾਪਤ ਨਹੀਂ ਹੋਇਆ। ਹੁਣ PhD ਤੱਕ ਪੜ੍ਹਾਈ ਕਰਨ ਦੇ ਲਈ ਕਿੰਨੇ ਉਸ ਨੂੰ ਗ੍ਰੰਥ ਪੜ੍ਹਨੇ ਪਏ ਹੋਣਗੇ, ਇਹ ਹੁਣ ਦੀ ਗੱਲ ਹੈ। ਉਹ ਕਹਿੰਦਾ ਜਿਹੜਾ ਸਵਾਦ, ਜਿਹੜਾ ਰਸ ਆਪ ਜੀ ਦੀ ਬਾਣੀ ਪੜ੍ਹ ਕੇ ਪ੍ਰਾਪਤ ਹੋਇਆ ਹੈ, ਇਹਨਾਂ ਹਜ਼ਾਰਾਂ ਮਣ ਗ੍ਰੰਥਾਂ ਦੇ ਵਿੱਚੋਂ ਪ੍ਰਾਪਤ ਨਹੀਂ ਹੋ ਸਕਿਆ। ਤੇ ਮਿਸਟਰ ਮਕਾਲਫ ਸਿੱਖ ਧਰਮ ਨੂੰ ਪੜ੍ਹ ਕੇ, ਬਾਣੀ ਨੂੰ ਪੜ੍ਹ ਕੇ ਇੰਨਾ ਪ੍ਰਭਾਵਿਤ ਹੋਇਆ, ਉਸਨੇ ਸਿੱਖ ਧਰਮ ਲਿਖਿਆ। 6 ਕਿਤਾਬਾਂ ਦੇ ਵਿੱਚ ਉਸਨੇ ਹਿਸਟਰੀ ਲਿਖੀ ਤੇ ਆਪਣੇ ਦੇਸ਼ ਵਾਸੀਆਂ ਨੂੰ ਉਹ 6 ਕਿਤਾਬਾਂ ਭੇਟਾ ਕਰਦਾ ਹੈ ਤੇ ਕੀ ਕਹਿੰਦਾ ਹੈ ਕਿ ਮੇਰੇ ਦੇਸ਼ ਵਾਸੀਓ, ਜਿੱਥੇ ਅਸੀਂ ਹਿੰਦੁਸਤਾਨ ਨੂੰ ਲੁੱਟ ਕੇ ਲਿਆਂਦਾ, ਹੀਰੇ ਜਵਾਹਰਾਤ, ਸੋਨਾ ਚਾਂਦੀ, ਕਈ ਕੁਝ ਲੁੱਟ ਕੇ ਲਿਆਂਦਾ, ਉੱਥੇ ਤੁਹਾਡੇ ਵਾਸਤੇ ਮੈਂ ਹਿੰਦੁਸਤਾਨ ਦੇ ਵਿੱਚੋਂ ਇੱਕ ਧਰਮ ਵੀ ਲੈ ਕੇ ਆ ਰਿਹਾ ਹਾਂ, ਜਿਸ ਧਰਮ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਵਹਿਮ, ਭਰਮ, ਪਖੰਡ ਨਹੀਂ ਕੀਤਾ ਜਾਂਦਾ। ਸਗੋਂ ਜਿਹੜੀਆਂ ਅਗਿਆਨਤਾ ਕਰਕੇ ਬੇੜੀਆਂ ਸਾਡੇ ਪੈਰਾਂ ਦੇ ਵਿੱਚ ਪਈਆਂ ਹੋਈਆਂ ਹਨ, ਜਿਨ੍ਹਾਂ ਬੇੜੀਆਂ ਦਾ ਸਾਨੂੰ ਕੋਈ ਗਿਆਨ ਨਹੀਂ ਹੈ, ਉਹ ਬੇੜੀਆਂ ਕਿਹੜੀਆਂ ਹਨ, ਉਹਨਾਂ ਬੇੜੀਆਂ ਦੀ ਵੀ ਸੋਝੀ ਸਤਿਗੁਰੂ ਜੀ ਦੀ ਬਾਣੀ ਪੜ੍ਹਿਆਂ ਪਤਾ ਲੱਗਾ ਹੈ।
ਤੇ ਸਤਿਗੁਰੂ ਜੀ ਦੀ ਬਾਣੀ ਨੇ ਇਹ ਬੇੜੀਆਂ ਜੋ ਹਨ ਸਾਡੀਆਂ ਪੈਰਾਂ ਦੇ ਵਿੱਚ ਪਈਆਂ ਹੋਈਆਂ ਕੱਢ ਦਿੱਤੀਆਂ, ਆਜ਼ਾਦੀ ਬਖਸ਼ਿਸ਼ ਕੀਤੀ। ਪੰਜਵੇਂ ਪਾਤਸ਼ਾਹ ਜੀ ਦੀ ਇਹ ਬਾਣੀ ਦੀ ਭਗਤੀ ਉਸ ਨੇ ਇਹਨਾਂ ਕਿਤਾਬਾਂ ਦੇ ਆਰੰਭ ਦੇ ਵਿੱਚ ਲਿਖੀ। ਫੂਟੋ ਆਂਡਾ ਭਰਮ ਕਾ ਮਨੇ ਭਇਓ ਪ੍ਰਗਾਸ, ਕਾਟੀ ਬੇਰੀ ਪਗੇ ਤੇ ਗੁਰ ਕੀਨੀ ਬੰਦ ਖਲਾਸ। ਪੈਰਾਂ ਦੇ ਵਿੱਚ ਪਈਆਂ ਹੋਈਆਂ ਬੇੜੀਆਂ ਗੁਰੂ ਨੇ ਜੋ ਹੈ ਉਹ ਕੱਢ ਦਿੱਤੀਆਂ ਹਨ ਤੇ ਉਹ ਸਿੱਖ ਬਣ ਗਿਆ। ਸਾਧ ਸੰਗਤ ਜੀ, ਆ ਪਿਛਲੇ ਸਾਲ ਤੋਂ ਸਮਾਗਮ ਹੋ ਰਹੇ, ਭਾਵੇਂ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਸਿੱਖ ਸੰਗਤਾਂ ਵੱਲੋਂ ਸਤਿਗੁਰੂ ਜੀ ਦੀ ਬਾਣੀ ਦੇ ਸਹਿਜ ਪਾਠ ਸੰਗਤਾਂ ਨੇ ਆਪਣੇ ਘਰਾਂ ਦੇ ਵਿੱਚ ਆਪ ਖੁਦ ਕੀਤੇ। ਜਿਵੇਂ ਮਹਾਂਪੁਰਸ਼ਾਂ ਵੱਲੋਂ ਵੀ, ਸੰਤ ਬਾਬਾ ਦਿਲਾਵਰ ਸਿੰਘ ਜੀ ਬ੍ਰਹਮ ਜੀ ਹੋਣਾ ਵੱਲੋਂ ਵੀ ਇਲਾਕੇ ਦੇ ਵਿੱਚ ਸੰਗਤਾਂ ਨੂੰ ਪ੍ਰੇਰਣਾ ਦੇ ਕੇ ਸਹਿਜ ਪਾਠ ਆਰੰਭ ਕਰਵਾਏ। ਸੰਗਤਾਂ ਨੇ ਪਾਠ ਕੀਤੇ, ਆਰੰਭ ਕੀਤੇ ਤੇ 2 ਤਰੀਕ ਨੂੰ ਭਾਈ ਮਰਦਾਨਾ ਜੀ ਹਾਲ ਦੇ ਵਿੱਚ ਉਹਨਾਂ ਦੇ ਭੋਗ ਵੀ ਪਏ ਤੇ ਕਈਆਂ ਸੰਗਤਾਂ ਦੇ ਹਾਲੇ ਵੀ ਸਹਿਜ ਪਾਠ ਜੋ ਹਨ ਉਹ ਚੱਲ ਰਹੇ ਹਨ। ਪਰ ਸਾਧ ਸੰਗਤ ਜੀ, ਇਹ ਵਿਰਲੀਆਂ ਟਾਵੀਆਂ ਰੂਹਾਂ ਹੀ ਹਨ ਜਿਹੜੀਆਂ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਸਤਿਗੁਰੂ ਜੀ ਦੀ ਬਾਣੀ ਦੇ ਨਾਲ ਜੁੜੀਆਂ ਹਨ ਤੇ ਵਡਭਾਗੀਆਂ ਹਨ ਜੋ ਰਸ ਪ੍ਰਾਪਤ ਕਰ ਰਹੀਆਂ ਹਨ। ਤੇ ਜਿਹੜੀਆਂ ਰਸ ਨਹੀਂ ਪ੍ਰਾਪਤ ਕਰ ਲਈਆਂ ਉਹਨਾਂ ਦੇ ਗਿਆਤ ਹੇਤੀ ਇਹ ਮਿਸਟਰ ਮਕਾਲਫ ਦੇ ਜੋ ਜੀਵਨ ਦੀ ਕਹਾਣੀ ਆਪ ਜੀ ਦੇ ਸਨਮੁਖ ਰੱਖੀ ਕਿ ਜੇ ਮਿਸਟਰ ਮਕਾਲਫ ਇੱਕ ਅੰਗਰੇਜ਼ ਹੁੰਦਿਆਂ ਹੋਇਆਂ ਸਤਿਗੁਰੂ ਜੀ ਦੀ ਬਾਣੀ ਪੜ੍ਹ ਕੇ ਸਿੱਖ ਸੱਜ ਸਕਦਾ ਹੈ ਤੇ ਅਸੀਂ ਸਾਡੇ ਉੱਪਰ ਤੇ ਸਤਿਗੁਰੂ ਜੀ ਨੇ ਪਹਿਲਾਂ ਹੀ ਕਿੰਨੀ ਕਿਰਪਾ ਕੀਤੀ ਹੈ। ਸਾਡਾ ਜਨਮ ਸਿੱਖਾਂ ਦੇ ਘਰ ਦੇ ਵਿੱਚ ਹੋਇਆ, ਸਾਡੀ ਮਾਤਰ ਭਾਸ਼ਾ ਪੰਜਾਬੀ ਹੈ। ਔਰ ਸਾਧ ਸੰਗਤ ਜੀ, ਰਾਗ ਦਰਬਾਰ ਅੱਜ ਵੀ ਜੋ ਮੇਨ ਸਟੇਜ ਹੈ ਨਾ ਉੱਥੇ ਚੱਲ ਰਿਹਾ ਹੈ ਤੇ ਮੀਰੀ ਪੀਰੀ ਜੋ ਅੰਗਰੇਜ਼ਾਂ ਦੇ ਜਿਹੜੀ ਅਕੈਡਮੀ ਹੈ ਨਾ ਅੰਮ੍ਰਿਤਸਰ ਦੇ ਵਿੱਚ, ਜਿੱਥੇ ਅੰਗਰੇਜ਼ ਬੱਚੇ ਸਿੱਖ ਬਣ ਕੇ ਸਿੱਖ ਧਰਮ ਨੂੰ ਪੜ੍ਹ ਰਹੇ ਹਨ, ਕੀਰਤਨ ਕਰਦੇ ਹਨ, ਕਥਾ ਕਰਦੇ ਹਨ, ਉਹਨਾਂ ਬੱਚਿਆਂ ਵੱਲੋਂ ਅੰਗਰੇਜ਼ ਸਿੱਖਾਂ ਵੱਲੋਂ ਵੀ ਸ਼ਾਮਾਂ ਨੂੰ ਜੋ ਕੀਰਤਨ ਹੈ ਉਹ ਮੇਨ ਪੰਡਾਲ ਦੇ ਵਿੱਚ ਉੱਥੇ ਕੀਤਾ ਜਾਵੇਗਾ। ਮਿਸਟਰ ਮਕਾਲਫ ਦੇ ਜੀਵਨ ਨੂੰ ਪੜ੍ਹਦੇ ਹਾਂ ਕਿ ਜਦੋਂ ਉਸ ਦਾ ਅੰਤਮ ਸਮਾਂ ਹੋਇਆ ਨਾ, ਜਿਸ ਮੰਜੇ ਦੇ ਉੱਪਰ ਉਸ ਨੇ ਆਪਣੇ ਸਰੀਰ ਨੂੰ ਤਿਆਗਿਆ ਸੀ, ਉਸ ਮੰਜੇ ਦੇ ਸਿਰਹਾਣੇ ਹੇਠੋਂ ਗੁਰਬਾਣੀ ਦੇ ਗੁਟਕ ਸਾਹਿਬ ਪ੍ਰਾਪਤ ਹੋਏ। ਨਿਤਨੇਮ ਦਾ ਗੁਟਕਾ, ਸੁਖਮਨੀ ਸਾਹਿਬ ਬਾਣੀ ਦਾ ਗੁਟਕਾ। ਕਿੰਨਾ ਬਾਣੀ ਦਾ ਰਸੀਆ ਹੋਵੇਗਾ ਕਿ ਗੁਟਕਾ ਜੋ ਸੀ ਉਹ ਆਪਣੇ ਮੰਜੇ ਤੋਂ ਦੂਰ ਨਹੀਂ ਸੀ ਜਾਣ ਦਿੰਦਾ, ਬਾਣੀ ਪੜ੍ਹਦਾ ਸੀ। ਪਰ ਅੱਜ ਸਾਡੇ ਘਰਾਂ ਦੇ ਵਿੱਚੋਂ ਬਾਣੀ ਦੀਆਂ ਪੋਥੀਆਂ, ਬਾਣੀ ਦੇ ਗੁਟਕੇ ਅਲੋਪ ਹੁੰਦੇ ਜਾ ਰਹੇ ਹਨ। ਤੇ ਜਿਵੇਂ ਜਿਵੇਂ ਬਾਣੀ ਦੀਆਂ ਪੋਥੀਆਂ, ਬਾਣੀ ਸਾਡੇ ਘਰਾਂ ਤੋਂ ਦੂਰ ਹੁੰਦੀ ਜਾ ਰਹੀ ਹੈ, ਤਿਵੇਂ ਤਿਵੇਂ ਸਾਡੇ ਘਰਾਂ ਦੇ ਵਿੱਚੋਂ ਸਿੱਖੀ ਵੀ ਗਾਇਬ ਹੁੰਦੀ ਜਾ ਰਹੀ ਹੈ। ਇਸੇ ਸਮਾਗਮ ਦੇ ਵਿੱਚ ਸਾਧ ਸੰਗਤ ਜੀ ਮਨੋਵਿਗਿਆਨਕਾਂ ਨੇ ਇਹ ਗੱਲ ਦੱਸੀ ਜੋ ਅਸੀਂ ਆਸਾ ਜੀ ਦੀ ਵਾਰ ਦੇ ਵਿੱਚ ਪੜ੍ਹਦੇ ਹਾਂ ਨਾ, ਬਾਬੇ ਨਾਨਕ ਦਾ ਉਪਦੇਸ਼ ਜੋ ਸਤਿਗੁਰੂ ਜੀ ਨੇ ਸਾਨੂੰ ਦਿੱਤਾ ਕਿ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਸੇਵਾ ਕਰਨੀ ਚਾਹੀਦੀ ਹੈ, ਸਿਮਰਨ ਕਰਨਾ ਚਾਹੀਦਾ ਹੈ। ਸੇਵਾ ਤੇ ਸਿਮਰਨ ਇੱਕ ਸਿੱਖ ਦੇ ਵਾਸਤੇ 2 ਖੰਭ ਹਨ ਉੱਡਣ ਦੇ ਵਾਸਤੇ, ਜਿਹੜੇ ਉਸ ਨੂੰ ਉਸ ਦੀ ਆਤਮਾ ਨੂੰ ਉਡਾਰੀ ਦਵਾ ਕੇ ਪਰਮੇਸ਼ਰ ਦੇ ਖੁਦਾ ਦੇ ਘਰ ਤੱਕ ਲੈ ਕੇ ਜਾਂਦੇ ਹਨ। ਸਿਮਰਨ ਵੀ ਦੂਰ ਹੋ ਗਿਆ, ਸੇਵਾ ਵੀ ਦੂਰ ਹੋ ਗਈ ਹੈ। ਲੰਗਰ ਲਗਾਉਣੇ, ਇਹ ਸੇਵਾ ਕਰਨ ਦੀ ਜਾਂਚ ਹੀ ਸਾਧ ਸੰਗਤ ਜੀ ਸਾਨੂੰ ਸਿਖਾਈ ਜਾ ਰਹੀ ਹੈ। ਤੇ ਸੇਵਾ ਕਰਨ ਦਾ ਜੋ ਲਾਭ ਕੀ ਹੁੰਦਾ ਹੈ ਉਹ ਵੇਖੋ, ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਜਾਮੇ ਦੇ ਵਿੱਚ ਹੀ ਦੱਸ ਦਿੱਤਾ। ਅਸੀਂ ਉਹਨਾਂ ਸ਼ਬਦਾਂ ਨੂੰ, ਬਾਣੀ ਨੂੰ ਪੜ੍ਹਿਆ ਨਹੀਂ, ਅਰਥਾਂ ਨੂੰ ਤੇ ਘੋਖਿਆ ਹੀ ਨਹੀਂ ਹੈ ਤੇ ਡੰਗਾਈ ਦੇ ਨਾਲ ਦੇਖਿਆ ਹੀ ਨਹੀਂ, ਜਿਹੜੀ ਗੱਲ ਮਨੋਵਿਗਿਆਨਕ ਅੱਜ ਕਹਿ ਰਹੇ ਹਨ।
ਬਾਬੇ ਨਾਨਕ ਨੇ ਕਿੰਨਾ ਸਮਾਂ ਪਹਿਲਾਂ ਕਹਿ ਦਿੱਤੀ ਕਿ ਜਿਹੜੇ ਬੱਚੇ ਛੋਟੇ ਹੁੰਦੇ ਆ, ਜਿਨ੍ਹਾਂ ਦੇ ਮਾਤਾ ਪਿਤਾ ਉਹਨਾਂ ਨੂੰ ਕਹਿੰਦੇ ਹਨ ਕਿ ਬੇਟਾ ਗੁਰਦੁਆਰੇ ਚੱਲ, ਜੋੜੇ ਸਾਫ਼ ਕਰ, ਗੁਰਦੁਆਰਾ ਸਾਹਿਬ ਜੀ ਦੀ ਸਫਾਈ ਕਰ, ਭਾਵੇਂ ਵੇਖਣ ਨੂੰ ਇਹ ਛੋਟੀਆਂ ਸੇਵਾ ਲੱਗਦੀ ਹੈ, ਪਰ ਜੇ ਬੱਚਿਆਂ ਨੂੰ ਸਫਾਈ ਕਰਨ ਦੀ, ਸੇਵਾ ਕਰਨ ਦੀ ਉਹਨਾਂ ਨੂੰ ਗੁੜਤੀ ਦੇ ਦੇਵਾਂਗੇ, ਤੇ ਬਾਬੇ ਨਾਨਕ ਨੇ ਤੇ ਉਹ ਮਨੋਵਿਗਿਆਨਕਾਂ ਨੇ ਜੋ ਹੁਣ ਕਿਹਾ ਕਿ ਜਿਹੜੇ ਬੱਚੇ ਬਚਪਨ ਦੇ ਵਿੱਚ ਜਾਂ ਜਵਾਨੀ ਦੇ ਵਿੱਚ ਸੇਵਾ ਕਰਨੀ ਸ਼ੁਰੂ ਕਰ ਦਿੰਦੇ ਹਨ, ਉਹ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਮਾੜਾ ਕਰਮ ਨਹੀਂ ਕਰਦੇ, ਉਹਨਾਂ ਦਾ ਮਾੜੇ ਬੰਨੇ ਧਿਆਨ ਹੀ ਨਹੀਂ ਜਾਂਦਾ। ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਧਿਆਇਆ, ਉਨੀ ਮੰਦੇ ਪੈਰ ਨਾ ਰੱਖਿਓ ਨ, ਕਰ ਸੋ ਕ੍ਰਿਤ ਧਰਮ ਕਮਾਇਆ। ਮੰਦੇ ਪੈਰ ਨਾ ਰੱਖਿਓ ਨਾ, ਮੰਦੇ ਬੰਨੇ ਮਾੜੇ ਬੰਨੇ ਉਹ ਫਿਰ ਆਪਣਾ ਕਦਮ ਨਹੀਂ ਉਠਾਉਂਦੇ। ਜਿਹੜੇ ਬਚਪਨ ਦੇ ਵਿੱਚ ਮਾਤਾ ਪਿਤਾ ਬੱਚਿਆਂ ਨੂੰ ਸੇਵਾ ਕਰਨ ਦੀ ਜਾਚ ਜੋ ਹੈ ਸਾਧ ਸੰਗਤ ਜੀ ਸਿਖਾ ਦਿੰਦੇ ਹਨ। ਇਹਨਾਂ ਬਚਨਾਂ ਕਰਕੇ ਹੀ ਸਤਿਗੁਰੂ ਜੀ ਨੂੰ ਸਭ ਨਾਲੋਂ ਵੱਡਾ ਸਤਿਗੁਰੂ ਜੀ ਸਾਧ ਸੰਗਤ ਜੀ ਕਹਿ ਰਹੇ ਹਨ। ਤੇ ਮਿਸਟਰ ਮਕਾਲਫ ਵਰਗੇ ਵੀ ਸਿੱਖ ਧਰਮ ਧਾਰਨ ਕਰਦੇ ਹਨ, ਤੇ ਉਹਨਾਂ ਦੀਆਂ ਅੰਗਰੇਜ਼ੀ ਦੇ ਵਿੱਚ ਲਿਖੀਆਂ ਹੋਈਆਂ ਕਿਤਾਬਾਂ ਨੂੰ, ਭਾਵੇਂ ਕਿ ਪੰਜਾਬੀ ਦੇ ਵਿੱਚ ਵੀ ਇਹ ਕਿਤਾਬਾਂ ਛਪ ਚੁੱਕੀਆਂ ਹਨ, ਅਨੇਕਾਂ ਗੋਰਿਆਂ ਨੇ ਉਹਨਾਂ ਕਿਤਾਬਾਂ ਨੂੰ ਪੜ੍ਹਿਆ ਤੇ ਸਿੱਖ ਧਰਮ ਨੂੰ ਧਾਰਨ ਕੀਤਾ ਹੈ। ਇੱਕ ਮੁਸਲਮਾਨ ਕਵੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਨੂੰ ਪੜ੍ਹਿਆ ਤੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਪਣੀ ਸ਼ਰਧਾ ਇਸ ਤਰ੍ਹਾਂ ਭੇਟਾ ਕਰਦਾ ਹੈ कि यूं तो बहुत रहनुमा हुए इस जहाँ में, वली नबी देवता हुए इस जहाँ में, जिन्हें भेजता है खुद खुदा इस जहाँ में, फकत उनको उनके पैरों मानते हैं, मगर तुझको सारे गुरु जानते हैं। तेरी गुफ्तगू अगर भाई ना होती तो ऐ मुसलम तेरी रहनुमाई ना होती, अगर तुझ पे सैदा खुदाई ना होती, तेरी लाश पे हाथा पाई ना होती। मुसलमान कवि लिखता है कि अनेकां ऋषि मुनि वली औलिया नबी इस दुनिया दे विच आए ते जिन्हां नूं खुदा वल्लों इस संसार दे विच भेजिया गया। ਉਹਨਾਂ ਰਿਸ਼ੀਆਂ ਮੁਨੀਆਂ ਪੀਰਾਂ ਪੈਗੰਬਰਾਂ ਵਲੀਆਂ ਔਲੀਆਂ ਨੂੰ ਉਹਨਾਂ ਦਿਆਂ ਚੇਲਿਆਂ ਵੱਲੋਂ ਆਪਣਾ ਪੀਰ ਪੈਗੰਬਰ ਰਿਸ਼ੀ ਮੁਨੀ ਕਰਕੇ ਮੰਨਿਆ ਗਿਆ ਹੈ। ਤੇ ਮਜਾਲ ਹੈ ਕਿ ਇੱਕ ਨੂੰ ਮੰਨਣ ਵਾਲਾ ਦੂਸਰੇ ਨੂੰ ਮੰਨਦਾ ਹੋਵੇ, ਪਰ ਸਤਿਗੁਰੂ ਜੀ ਦੁਨੀਆ ਦੇ ਵਿੱਚ ਅੱਜ ਤੱਕ ਹੋਏ ਸਾਰੇ ਰਿਸ਼ੀਆਂ ਮੁਨੀਆਂ ਦੇ ਵਿੱਚੋਂ ਇੱਕੋ ਇੱਕ ਆਪ ਐਸੇ ਗੁਰੂ ਹੋ ਜੋ ਸਾਰੇ ਆਪ ਜੀ ਨੂੰ ਆਪਣਾ ਗੁਰੂ ਕਹਿੰਦੇ ਹਨ। ਜਿਹੜਾ ਵੀ ਤੁਹਾਨੂੰ ਤੁਹਾਡੀ ਬਾਣੀ ਨੂੰ ਪੜ੍ਹਦਾ ਹੈ, ਜਿਹੜਾ ਵੀ ਤੁਹਾਡੇ ਦਰਸ਼ਨ ਦਿਦਾਰੇ ਕਰਦਾ ਹੈ, ਉਹ ਆਪ ਜੀ ਨੂੰ ਆਪਣਾ ਗੁਰੂ ਕਹਿ ਕੇ ਆਪਣਾ ਆਪਾ ਆਪ ਜੀ ਦੇ ਚਰਨਾਂ ਦੇ ਵਿੱਚ ਭੇਟਾ ਕਰਦਾ ਹੈ। ਹੁਣ ਬਾਬੇ ਨਾਨਕ ਨੇ ਵਡਿਆਈਆਂ ਦੁਨੀਆ ਦੇ ਵਿੱਚ ਸਾਧ ਸੰਗਤ ਜੀ ਕਿਹੜੀਆਂ ਕਿਹੜੀਆਂ ਕੀਤੀਆਂ। ਅਸੀਂ ਸਾਰੇ ਪੜ੍ਹਦੇ ਹਾਂ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ 9 ਸਾਲ ਦੇ ਹੋਏ ਹਨ ਤੇ ਸਤਿਗੁਰੂ ਜੀ ਨੂੰ ਜਨੇਊ ਪਹਿਨਾਉਣ ਦੇ ਲਈ ਜੋ ਰਸਮ ਹਿੰਦੂ ਧਰਮ ਅਨੁਸਾਰ ਨਿਭਾਈ ਜਾਂਦੀ ਸੀ, ਪਿਤਾ ਕਲਿਆਣ ਰਾਏ ਜੀ ਮਹਿਤਾ ਕਾਲੂ ਜੀ ਵੱਲੋਂ ਵੀ ਇਹ ਰਸਮ ਨਿਭਾਉਣ ਦੇ ਲਈ, ਨਾਨਕ ਨੂੰ ਜਨੇਊ ਪਹਿਨਾਉਣ ਦੇ ਲਈ ਪੂਰੇ ਸਰੀਕੇ ਬਰਾਦਰੀ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਨੂੰ ਸੱਦਾ ਪੱਤਰ ਭੇਜੇ ਗਏ। ਸਾਰਾ ਪ੍ਰਬੰਧ ਕੀਤਾ ਗਿਆ, ਰਿਸ਼ਤੇਦਾਰ ਸੱਜਣ ਮਿੱਤਰ ਸਾਰੇ ਆਏ ਤੇ ਪੰਡਿਤ ਜੀ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਜਨੇਊ ਪਹਿਨਾਉਣ ਲੱਗੇ ਤੇ ਪਾਤਸ਼ਾਹ ਜੀ ਨੇ ਜੋ ਬਚਨ ਕਹੇ, ਜਿਨ੍ਹਾਂ ਨੂੰ ਆਸਾ ਜੀ ਦੀ ਵਾਰ ਦੇ ਵਿੱਚ ਰੋਜ਼ਾਨਾ ਪੜ੍ਹਦੇ ਹਾਂ ਕਿ ਪੰਡਿਤ ਜੀ ਜੇ ਤੁਹਾਡੇ ਪਾਸ ਐਸਾ ਜਨੇਊ ਹੈ ਜਿਹਦੇ ਵਿੱਚ ਦਇਆ ਦੀ ਕੁਪਾਹ ਹੈ,
ਸੰਤੋਖ ਦਾ ਸੂਤ ਹੈ। ਜਤ ਤੇ ਸਤ ਦੀਆਂ ਗੰਢਾਂ ਦਿੱਤੀਆਂ ਹੋਈਆਂ ਹਨ। ਜੇ ਐਸੇ ਗੁਣਾਂ ਦੇ ਨਾਲ ਤਿਆਰ ਕੀਤਾ ਹੋਇਆ ਜਨੇਊ ਤੁਹਾਡੇ ਪਾਸ ਹੈ ਤੇ ਤੁਸੀਂ ਸਾਨੂੰ ਜਨੇਊ ਪਹਿਨਾ ਸਕਦੇ ਹੋ। ਇਹ ਤੇ ਸਾਖੀ ਅਸੀਂ ਕਈ ਵਾਰ ਸੁਣੀ ਹੈ, ਪੜ੍ਹੀ ਹੈ। ਪਾਤਸ਼ਾਹ ਜੀ ਦੇ ਬਚਨ ਵੀ ਪੜ੍ਹਦੇ ਹਾਂ, ਪਰ ਕੁਝ ਬਚਨ ਸਾਧ ਸੰਗਤ ਜੀ ਹੋਰ ਵੀ ਸਤਿਗੁਰੂ ਜੀ ਵੱਲੋਂ ਕਹੇ ਗਏ ਸਨ। ਉਹ ਬਚਨ ਕਿਹੜੇ ਸਨ? ਸਤਿਗੁਰੂ ਜੀ ਕਹਿਣ ਲੱਗੇ ਕਿ ਪੰਡਤ ਜੀ, ਮੇਰੀ ਭੈਣ ਬੇਬੇ ਨਾਨਕੀ ਮੇਰੇ ਨਾਲੋਂ ਉਮਰ ਦੇ ਵਿੱਚ 5 ਸਾਲ ਵੱਡੇ ਹਨ। ਉਹਨਾਂ ਨੇ ਹਾਲੇ ਤੱਕ ਜਨੇਊ ਨਹੀਂ ਪਹਿਨਿਆ, ਤੇ ਕਿਰਪਾ ਕਰੋ ਮੈਨੂੰ ਜਨੇਊ ਪਹਿਨਾਉਣ ਤੋਂ ਪਹਿਲਾਂ ਮੇਰੀ ਭੈਣ ਬੇਬੇ ਨਾਨਕੀ ਨੂੰ ਵੀ ਜਨੇਊ ਪਹਿਨਾ ਦਿੱਤਾ ਜਾਵੇ। ਤੇ ਸਤਿਗੁਰੂ ਜੀ ਨੇ ਸਿਰ ਫੇਰ ਦਿੱਤਾ, ਪੰਡਤ ਨੇ ਸਿਰ ਫੇਰ ਦਿੱਤਾ। ਪੰਡਤ ਕਹਿਣ ਲੱਗਾ ਕਿ ਬੀਬੀਆਂ ਜਨੇਊ ਨਹੀਂ ਪਹਿਨ ਸਕਦੀਆਂ। ਤੇ ਅੱਜ ਵੀ ਤੁਸੀਂ ਦੇਖੋ, ਕੋਈ ਬੀਬੀ ਹਿੰਦੂ ਐਸੀ ਨਹੀਂ ਮਿਲੇਗੀ ਜਿਸ ਨੇ ਜਨੇਊ ਨਾ ਪਹਿਨਿਆ ਹੋਵੇ। ਸਤਿਗੁਰੂ ਜੀ ਨੇ ਪੁੱਛਿਆ ਕਿ ਕਿਉਂ ਨਹੀਂ ਪਹਿਨ ਸਕਦੇ? ਉਹ ਕਹਿਣ ਲੱਗਾ ਕਿ ਸ਼ੂਦਰ ਹਨ। ਭਾਵੇਂ ਕਿੱਡੀ ਵੀ ਉੱਚੀ ਕੁਲ ਦੇ ਵਿੱਚ ਜਨਮ ਕਿਉਂ ਨਾ ਹੋਇਆ ਹੋਵੇ, ਇਸਤਰੀਆਂ ਜੋ ਹਨ ਸ਼ੂਦਰ ਹਨ, ਤੇ ਸ਼ੂਦਰਾਂ ਨੂੰ ਭਗਤੀ ਕਰਨ ਦਾ ਅਧਿਕਾਰ ਨਹੀਂ ਹੈ। ਸਤਿਗੁਰੂ ਜੀ ਕਹਿਣ ਲੱਗੇ ਕਿ ਕਿਉਂ ਅਧਿਕਾਰ ਨਹੀਂ ਹੈ? ਜਦੋਂ ਕਿ ਅਸੀਂ ਦੋਨੋਂ ਭੈਣ ਭਰਾਵਾਂ ਨੇ ਇੱਕੋ ਮਾਂ ਦੀ ਕੁੱਖ ਤੋਂ ਜਨਮ ਲਿਆ ਹੈ, ਇੱਕੋ ਮਾਂ ਦਾ ਸਿਰ ਚੁੰਗਿਆ ਹੈ, ਤੇ ਇੱਕ ਭਰਾ ਜਨੇਊ ਪਹਿਨ ਕੇ ਹੀ ਆਪਣੀ ਭੈਣ ਨਾਲੋਂ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪੈਂਦਾ ਹੈ। ਤੇ ਜਿਹੜਾ ਜਨੇਊ ਭੈਣ ਤੇ ਭਰਾ ਦੇ ਵਿੱਚ ਦੂਰੀ ਬਣਾਉਂਦਾ ਹੈ, ਐਸਾ ਜਨੇਊ ਮੈਂ ਆਪਣੇ ਤਨ ਦੇ ਉੱਪਰ ਨਹੀਂ ਪਹਿਨਣਾ। ਤੇ ਬਾਬੇ ਨਾਨਕ ਨੇ ਸਾਧ ਸੰਗਤ ਜੀ ਵੇਖੋ, ਬਚਪਨ ਦੇ ਵਿੱਚ ਹੀ ਮਾਤਾਵਾਂ ਬੀਬੀਆਂ ਭੈਣਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਗਈ। ਅੱਜ ਵੀ ਤੁਸੀਂ ਦੇਖੋ ਕਿ ਭਾਵੇਂ ਅਸੀਂ 21ਵੀਂ ਸਦੀ ਦੇ ਵਿੱਚ ਵਿਚਰ ਰਹੇ ਹਾਂ, ਪਰ ਫਿਰ ਵੀ ਜੋ ਬਣਦਾ ਸਤਿਕਾਰ ਸਿੱਖ ਧਰਮ ਤੋਂ ਬਗੈਰ ਜਿਹੜਾ ਹੈ ਕਿਸੇ ਹੋਰ ਧਰਮ ਦੇ ਵਿੱਚ, ਕਿਸੇ ਹੋਰ ਦੇਸ਼ ਦੇ ਵਿੱਚ, ਸੂਬੇ ਦੇ ਵਿੱਚ ਮਾਤਾਵਾਂ ਬੀਬੀਆਂ ਭੈਣਾਂ ਨੂੰ ਨਹੀਂ ਦਿੱਤਾ ਗਿਆ, ਜੋ ਗੁਰੂ ਘਰ ਦੇ ਵਿੱਚ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਬਖਸ਼ਿਸ਼ ਕੀਤਾ। ਸੋ ਕਿਉਂ ਮੰਦਾ ਆਖੀਏ, ਜਿਤ ਜੰਮੇ ਰਾਜਾਨ, ਜੋ ਰਿਸ਼ੀਆਂ ਮੁਨੀਆਂ ਪੀਰਾਂ ਪੈਗੰਬਰਾਂ ਨੂੰ ਜਨਮ ਦੇਣ ਵਾਲੀ ਹੈ, ਉਸ ਨੂੰ ਮੰਦਾ ਮਾੜਾ ਨਹੀਂ ਕਹਿਣਾ ਚਾਹੀਦਾ। ਬਚਪਨ ਦੇ ਵਿੱਚ ਸਤਿਗੁਰੂ ਜੀ ਨੇ ਆਵਾਜ਼ ਬੁਲੰਦ ਕੀਤੀ ਤੇ ਸਤਿਗੁਰੂ ਜੀ ਨੇ ਫਿਰ ਕਿਰਪਾ ਕੀਤੀ। ਜੋ ਨੀਂਹ ਬਚਪਨ ਦੇ ਵਿੱਚ ਪਹਿਲੇ ਜਾਮੇ ਦੇ ਵਿੱਚ ਰੱਖੀ ਗਈ ਸੀ, 10ਵੇਂ ਜਾਮੇ ਦੇ ਵਿੱਚ ਉਸ ਨੂੰ ਫਿਰ ਫਲ ਲੱਗਾ। ਇੱਕੋ ਬਾਟੇ ਦੇ ਵਿੱਚੋਂ ਹੀ ਜਿੱਥੋਂ ਮਰਦ ਭਰਾ ਅੰਮ੍ਰਿਤ ਛਕਦੇ ਹਨ, ਉਸੇ ਬਾਟੇ ਦੇ ਵਿੱਚੋਂ ਭੈਣਾਂ ਅੰਮ੍ਰਿਤ ਛਕਦੀਆਂ ਹਨ। ਜਿਹੜੀ ਵਰਦੀ ਭਰਾ ਪਹਿਨਦੇ ਹਨ, ਉਹੀ ਵਰਦੀ ਮਾਤਾਵਾਂ ਬੀਬੀਆਂ ਭੈਣਾਂ ਪਹਿਨਦੀਆਂ ਹਨ। ਬਰਾਬਰਤਾ ਦਾ ਹੱਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤਾ ਹੈ। ਤੇ ਦੂਸਰਾ ਸਾਧ ਸੰਗਤ ਜੀ ਦੇਖੋ, ਅਸੀਂ ਇਹ ਵੀ ਬਚਨ ਪੜ੍ਹਦੇ ਹਾਂ ਕਿ ਗਰੀਬਾਂ ਦੇ ਨਾਲ ਭਾਵੇਂ ਕਿ ਅੱਜ ਵੀ ਕਿੰਨਾ ਧੱਕਾ ਹੁੰਦਾ ਹੈ, ਉਸ ਵੇਲੇ ਵੀ ਕਿੰਨਾ ਧੱਕਾ ਕੀਤਾ ਜਾਂਦਾ ਸੀ ਗਰੀਬਾਂ ਦੇ ਨਾਲ, ਮਾੜਿਆਂ ਦੇ ਨਾਲ। ਆਰਥਿਕ ਤੌਰ ਤੇ ਜੋ ਗਰੀਬ ਹਨ ਉਹਨਾਂ ਨੂੰ ਕਿੰਨਾ ਦਬਾ ਕੇ ਰੱਖਿਆ ਜਾਂਦਾ ਸੀ। ਔਰ ਸਤਿਗੁਰੂ ਜੀ ਨੇ ਉਹਨਾਂ ਦੇ ਹੱਕ ਦੇ ਵਿੱਚ ਵੀ ਆਵਾਜ਼ ਉਠਾਈ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਜਿੱਥੇ ਨੀਚ ਸੰਭਾਲੀਐਨ ਤਿੱਥੇ ਨਦਰ ਤੇਰੀ ਬਖਸ਼ੀਸ। ਕਿ ਜਿੱਥੇ ਗਰੀਬਾਂ ਨੂੰ ਸੰਭਾਲਿਆ ਜਾਂਦਾ ਹੈ, ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ,
ਉੱਥੇ ਵਾਹਿਗੁਰੂ ਦੀਆਂ ਬਖਸ਼ਾਂ ਰਹਿਮਤਾਂ ਬਰਸਦੀਆਂ ਹਨ। ਅਤੇ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਅਸੀਂ ਤੱਕਦੇ ਹਾਂ ਕਿ ਬਾਬੇ ਨਾਨਕ ਨੇ ਕਿਸੇ ਦਾ ਧਰਮ ਨਹੀਂ ਦੇਖਿਆ, ਕਿਸੇ ਦੀ ਜਾਤ ਨਹੀਂ ਦੇਖੀ, ਕਿਸੇ ਦੀ ਕੌਮ ਨਹੀਂ ਦੇਖੀ। ਮੋਦੀਖਾਨਾ ਚਲਾਉਂਦੇ ਹਨ ਅਤੇ ਜੇਕਰ ਕੋਈ ਲੋੜ ਗਰੀਬ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਪਹੁੰਚਦਾ ਹੈ, ਆਪਣੀ ਮੁਸ਼ਕਲ ਦੱਸਦਾ ਹੈ, ਅਤੇ ਸਤਿਗੁਰੂ ਜੀ ਉਸ ਦੀ ਮਦਦ ਕਰਦੇ ਹਨ, ਉਹਦੀ ਸਹਾਇਤਾ ਕਰਦੇ ਹਨ। ਅਤੇ ਬਾਬੇ ਨਾਨਕ ਨੇ 13 ਦੀ ਜਗ੍ਹਾ 13 ਤੋਲ ਕੇ ਸਾਨੂੰ 13 ਕਹਿਣ ਦਾ ਸਬਕ ਪੜ੍ਹਾਇਆ। ਕਿਉਂਕਿ ਬੰਦਾ ਸਾਰੀ ਜ਼ਿੰਦਗੀ ਮੈਂ ਮੇਰਾ ਕਰਦਿਆਂ ਹੋਇਆਂ ਬਤੀਤ ਕਰਦਾ ਹੈ, ਅਤੇ ਸਤਿਗੁਰੂ ਜੀ ਨੇ ਇਹ ਸਬਕ ਨੂੰ ਸਿੱਖ ਚੰਗੀ ਤਰ੍ਹਾਂ ਪੜ੍ਹ ਸਕੇ। ਸਾਧ ਸੰਗਤ ਜੀ ਵੇਖੋ, ਫਿਰ ਮਰਿਆਦਾ ਵੀ ਬਣਾ ਦਿੱਤੀ ਗਈ। ਪੰਜਵੇਂ ਪਾਤਸ਼ਾਹ ਜੀ ਦੀ ਜੋ ਰਹਿਰਾਸ ਸਾਹਿਬ ਦੇ 9 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਕੀਤੇ ਗਏ ਪਾਤਸ਼ਾਹ ਜੀ ਵੱਲੋਂ, ਉਹਨਾਂ 9 ਸ਼ਬਦਾਂ ਨੂੰ ਪੜ੍ਹੋ। ਸੋਧਰ ਦਾ ਸ਼ਬਦ ਤੇ ਇਹੀ ਸ਼ਬਦ ਪੌੜੀ ਰੂਪ ਦੇ ਵਿੱਚ ਜਪਜੀ ਸਾਹਿਬ ਬਾਣੀ ਦੇ ਵਿੱਚ ਵੀ ਆਉਂਦਾ ਹੈ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਪਰ ਜਦੋਂ ਆਸਾ ਰਾਗ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਉਚਾਰਨ ਕੀਤਾ ਅਤੇ ਪੰਜਵੇਂ ਪਾਤਸ਼ਾਹ ਜੀ ਨੇ ਉਚੇਚੇ ਤੌਰ 'ਤੇ ਰਹਿਰਾਸ ਸਾਹਿਬ ਦੇ ਸ਼ਬਦਾਂ ਦੇ ਵਿੱਚ ਅੰਕਿਤ ਕੀਤਾ। ਜਪਜੀ ਸਾਹਿਬ ਵਾਲੇ ਅਤੇ ਰਹਿਰਾਸ ਸਾਹਿਬ ਵਾਲੇ ਇਸ ਪੌੜੀ ਨੂੰ ਧਿਆਨ ਦੇ ਨਾਲ ਪੜ੍ਹੋ। ਜੋ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹੋ ਉਹਦੇ ਵਿੱਚ ਤੇਰਾ ਕਰਕੇ ਨਹੀਂ ਹੈ, ਤੇਰੇ ਕਰਕੇ ਨਹੀਂ ਹੈ, ਪਰ ਜੋ ਰਹਿਰਾਸ ਸਾਹਿਬ ਦੇ ਵਿੱਚ ਸ਼ਬਦ ਹੈ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾਂ। ਤੇਰਾ ਤੇਰੇ ਤੁਧਨੋਂ ਕਰਕੇ ਪਾਤਸ਼ਾਹ ਜੀ ਨੇ ਸ਼ਬਦ ਦੇ ਵਿੱਚ ਵਿਸ਼ੇਸ਼ ਤੌਰ 'ਤੇ ਲਿਖਿਆ ਹੈ। ਕਿਉਂ? ਤਾਂ ਕਿ ਸਿੱਖ ਜਿਹੜਾ ਕੰਮ ਧੰਦਾ ਕਰਦਿਆਂ ਹੋਇਆਂ ਸਾਰੀ ਦਿਹਾੜੀ ਮੈਂ ਮੇਰਾ ਕਰਦਿਆਂ ਹੋਇਆਂ ਬਤੀਤ ਕਰਦਾ ਹੈ, ਜੇ 15-20 ਮਿੰਟ ਵੀ ਰਹਿਰਾਸ ਸਾਹਿਬ ਦਾ ਪਾਠ ਕਰਦਿਆਂ ਹੋਇਆਂ, ਇਹ ਸ਼ਬਦ ਪੜ੍ਹਦਿਆਂ ਹੋਇਆਂ ਤੂੰ ਤੇਰਾ ਉਚਾਰਨ ਕਰੇ ਤੇ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣ ਸਕਦਾ ਹੈ। ਭਗਤ ਕਬੀਰ ਸਾਹਿਬ ਜੀ ਦਾ ਇਹ ਸ਼ਲੋਕ ਆਪ ਜੀ ਨੇ ਪਹਿਲਾਂ ਵੀ ਕਈ ਵਾਰ ਸਰਵਣ ਕੀਤਾ ਹੋਵੇਗਾ। ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਿਤ ਦੇਖੂੰ ਤਿਤ ਤੂੰ। ਹੁਣ ਤੂੰ ਕਰਦਿਆਂ ਹੋਇਆਂ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਸਾਡੇ ਅੰਦਰੋਂ ਮੇਰੀ ਵਾਲੀ ਭਾਵਨਾ ਖਤਮ ਹੋ ਗਈ। ਤੇ ਜਦੋਂ ਮੇਰੀ ਵਾਲੀ ਭਾਵਨਾ ਖਤਮ ਹੋ ਗਈ ਤੇ ਜਿਸ ਬੰਨੇ ਵੀ ਦੇਖਦੇ ਹਾਂ 4 ਸਫੇਰੇ ਤੁਸੀਂ ਹੀ ਨਜ਼ਰ ਆਉਂਦੇ ਹੋ। ਇਹ ਤੇਰਾ ਕਹਿਣ ਦਾ ਸਬਕ ਸਤਿਗੁਰੂ ਜੀ ਨੇ ਸੁਲਤਾਨਪੁਰ ਲੋਧੀ ਵਿੱਚ ਸਾਧ ਸੰਗਤ ਜੀ ਪੜ੍ਹਾਇਆ ਸੀ। ਤੇ ਮੈਂ ਬੇਨਤੀ ਕਰ ਰਿਹਾ ਕਿ ਬਾਬੇ ਨਾਨਕ ਨੇ ਗਰੀਬਾਂ ਲੋੜਵੰਦਾਂ ਦੀ ਹੈਲਪ ਕੀਤੀ, ਮਦਦ ਕੀਤੀ, ਤੇ ਜੋ ਵੀ ਆਪਣੀ ਤਨਖਾਹ ਦੇ ਵਿੱਚੋਂ ਰਸਦ ਮਿਲਦੀ ਸੀ ਉਹ ਗਰੀਬਾਂ ਲੋੜਵੰਦਾਂ ਨੂੰ ਵੰਡ ਦਿੰਦੇ ਸਨ। ਤੇ ਹੁਣ ਹੀ ਪੰਥ ਦੋਖੀ ਨਹੀਂ ਹਨ ਸਾਧ ਸੰਗਤ ਜੀ, ਉਦੋਂ ਵੀ ਦੋਖੀ ਸਨ। ਬਾਬੇ ਨਾਨਕ ਦੀ ਸ਼ਿਕਾਇਤ ਦੌਲਤ ਖਾਂ ਦੇ ਕੋਲ ਪਹੁੰਚ ਗਈ ਕਿ ਨਾਨਕ ਤੁਹਾਡਾ ਮੋਦੀਖਾਨਾ ਲੁਟਾਈ ਜਾ ਰਿਹਾ ਹੈ। ਭਰ ਸ਼ਾਬੇ ਇੱਕ ਨੂੰ ਹੀ 7 ਵਾਰ ਕਹੀ ਜਾਂਦਾ, 7 ਨੂੰ ਹੀ ਕਿੰਨੀ ਵਾਰ 7 13 ਕਹਿ ਕੇ ਭਰ ਸ਼ਾਬੇ ਜੋ ਹੈ ਪਾਈ ਜਾਂਦਾ ਹੈ। ਤੁਹਾਡਾ ਮੋਦੀਖਾਨਾ ਲੁਟਾਈ ਜਾ ਰਿਹਾ ਹੈ। ਬਾਬੇ ਨਾਨਕ ਨੂੰ ਫੜਿਆ ਗਿਆ। ਤੇ ਸਾਧ ਸੰਗਤ ਜੀ ਅੱਜ ਵੀ ਗੁਰਦੁਆਰਾ ਕੋਠੜੀ ਸਾਹਿਬ ਜਿੱਥੇ ਕਹਿੰਦੇ ਹਨ ਕਿ ਬਾਬੇ ਨਾਨਕ ਨੂੰ ਉੱਥੇ ਕੋਠੜੀ ਸੀ ਜਿਹਦੇ ਵਿੱਚ ਕੈਦ ਕੀਤਾ ਗਿਆ। ਹਿਸਾਬ ਕਿਤਾਬ ਜਿਹੜਾ ਸੀ ਉਹ ਲੇਖਾ ਪਤਾ
ਪੁੱਛਿਆ ਗਿਆ, ਪਰਖਿਆ ਗਿਆ ਤੇ ਪਰਖ ਦੇ ਵਿੱਚੋਂ 786 ਰੁਪਈਏ ਬਾਬੇ ਨਾਨਕ ਦੇ ਨਵਾਬ ਵੱਲ ਨਿਕਲੇ ਹਨ। ਤੇ ਜਦੋਂ ਨਵਾਬ ਸ਼ਰਮਿੰਦਾ ਹੋਇਆ ਕਿ ਝੂਠੀ ਸ਼ਿਕਾਇਤ ਕਿਸੇ ਨੇ ਕੀਤੀ ਤੇ ਨਾਨਕ ਦੇ ਉੱਪਰ ਸ਼ੱਕ ਕੀਤਾ, ਨਾਨਕ ਦੇ ਸਗੋਂ ਸਾਡੇ ਵੱਲ ਪੈਸੇ ਨਿਕਲ ਆਏ 786 ਰੁਪਈਏ ਤੇ ਬਾਬੇ ਨਾਨਕ ਨੂੰ ਦੇਣ ਲੱਗੇ। ਤੇ ਸਤਿਗੁਰੂ ਜੀ ਨੇ ਕਿਹਾ ਕਿ ਇਹਨਾਂ ਪੈਸਿਆਂ ਨੂੰ ਅਸੀਂ ਨਹੀਂ ਲੈਣਾ, ਗਰੀਬਾਂ ਲੋੜਵੰਦਾਂ ਨੂੰ ਵੰਡ ਦਿੱਤੇ ਜਾਣ। ਤੇ ਸਤਿਗੁਰੂ ਜੀ ਨੇ ਮੋਦੀ ਖਾਨਾ ਵੀ ਚਲਾਉਣਾ ਜਿਹੜਾ ਸੀ ਫਿਰ ਛੱਡ ਦਿੱਤਾ ਸੀ। ਜਿੱਥੇ ਸ਼ੱਕ ਹੋਵੇ ਉਥੇ ਫਿਰ ਡਿਊਟੀ ਕੀ ਕਰਨੀ ਸਾਧ ਸੰਗਤ ਜੀ। ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਜਿੱਥੇ ਸੁਲਤਾਨਪੁਰ ਲੋਧੀ ਦੇ ਵਿੱਚ ਗਰੀਬਾਂ ਲੋੜਵੰਦਾਂ ਦੀ ਮਦਦ ਕਰਦੇ ਸਨ, ਅੱਜ ਵੀ ਸਾਧ ਸੰਗਤ ਜੀ ਦਾਸ ਨੇ ਪੜ੍ਹਿਆ ਕਿ ਸਤਿਗੁਰੂ ਜੀ ਨੇ ਜੋ ਉਦਾਸੀਆਂ ਕੀਤੀਆਂ ਸਾਨੂੰ ਤੇ ਅਜੇ ਤੱਕ 550 ਸਾਲ ਮਨਾ ਰਹੇ ਆ ਨਾ, ਬਾਬੇ ਨਾਨਕ ਨੇ ਕਿੱਥੇ ਕਿੱਥੇ ਚਰਨ ਪਾਏ ਜੇ ਖੋਜ ਕਰੀਏ ਸਾਨੂੰ ਹਾਲੇ ਤੱਕ ਇਹ ਵੀ ਪਤਾ ਨਹੀਂ ਲੱਗਾ। ਆਂਦੇ ਜੁਗਾਂਡਾ ਦੇ ਵਿੱਚ ਅਫਰੀਕਾ ਤੱਕ, ਤੰਜਾਨੀਆ ਤੱਕ ਬਾਬਾ ਨਾਨਕ ਗਿਆ ਤੇ ਉੱਥੇ ਕਹਿੰਦੇ ਹਨ ਕਿ ਹਿੰਦੁਸਤਾਨ ਦੇ ਵਿੱਚੋਂ ਪੀਰ ਆਇਆ, ਕਿਉਂਕਿ 550 ਸਾਲ ਬੀਤ ਚੁੱਕਾ, ਸਾਨੂੰ ਹੀ ਚੇਤਾ ਨਹੀਂ। ਕਈ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਹੈ ਪੱਤਰਕਾਰ ਬੱਚਿਆਂ ਨੂੰ ਸਬਕ ਪੁੱਛਦੇ ਕਿ ਬਾਬੇ ਨਾਨਕ ਬਾਰੇ ਤੁਸੀਂ ਕੁਝ ਦੱਸੋ, ਤੇ ਉਹਨਾਂ ਨੂੰ ਕੋਈ ਬਾਬੇ ਨਾਨਕ ਬਾਰੇ ਪਤਾ ਨਹੀਂ। ਸਾਨੂੰ ਸਿੱਖ ਹੁੰਦਿਆਂ ਹੀ ਸਾਧ ਸੰਗਤ ਜੀ ਨਹੀਂ ਪਤਾ ਕਿ ਬਾਬੇ ਨਾਨਕ ਨੇ ਕੀ ਕੀ ਕੀਤਾ, ਤੇ ਉਹਨਾਂ ਨੂੰ ਕਿੱਥੋਂ ਪਤਾ ਹੋਵੇਗਾ ਜਿਨ੍ਹਾਂ ਦੀ ਤੇ ਬੋਲੀ ਵੀ ਬਾਬੇ ਨਾਨਕ ਦੇ ਨਾਲ ਨਹੀਂ ਸੀ ਰਲਦੀ। ਪਰ ਉਹ ਇਹ ਗੱਲ ਕਹਿੰਦੇ ਹਨ ਕਿ ਇਹ ਜਿਹੜਾ ਸਥਾਨ ਹੈ ਬਹੁਤ ਪਵਿੱਤਰ ਸਥਾਨ ਹੈ। ਇੱਥੇ ਕੋਈ ਹਿੰਦ ਤੋਂ ਪੀਰ ਆਏ ਸਨ, ਉਹਨਾਂ ਨੇ ਕੁਝ ਸਮਾਂ ਇੱਥੇ ਬੈਠ ਕੇ ਬੰਦਗੀ ਕੀਤੀ। ਇੱਥੇ ਜਿੰਨਾ ਵੀ ਸੀ ਨਾ ਆਲੇ ਦੁਆਲੇ ਪਾਣੀ ਜਿਹੜਾ ਸੀ ਉਹ ਖਾਰਾ ਸੀ, ਪਰ ਉਸ ਪੀਰ ਦੀ ਕਿਰਪਾ ਦੇ ਸਦਕਾ ਜਿਹੜਾ ਝਰਨਾ ਹੈ ਨਾ ਫੁੱਟਿਆ, ਉਹ ਅੱਜ ਤੱਕ ਵੀ ਮਿੱਠਾ ਝਰਨਾ ਹੈ। ਜੁਗਾਂਡਾ ਦੇ ਤੱਕ, ਤੰਜਾਨੀਆ ਤੱਕ ਸਾਧ ਸੰਗਤ ਜੀ ਕਿੱਥੋਂ ਕਿੱਥੋਂ ਤੱਕ ਬਾਬੇ ਨਾਨਕ ਨੇ ਪੈਰ ਪਾਏ। ਮਲੇਸ਼ੀਆ, ਥਾਈਲੈਂਡ ਤੱਕ, ਅਰਬ ਕੰਟਰੀਆਂ ਤੱਕ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪ੍ਰਚਾਰ ਦੌਰੇ ਕੀਤੇ। ਗੁਰਮੁਖ ਖੋਜਤ ਭਏ ਉਦਾਸੀ, ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਥੇ ਗਰੀਬਾਂ ਨੂੰ ਨਵਾਜ ਰਹੇ ਹਨ। ਦੂਰ ਦੂਰ ਜਾ ਕੇ ਨਵਾਜਿਆ। ਸੁਲਤਾਨਪੁਰ ਲੋਧੀ ਦੇ ਵਿੱਚ ਹੀ ਸਾਧ ਸੰਗਤ ਜੀ ਦੇਖੋ ਅੱਜ ਕਿੰਨਾ ਬੰਦਾ ਬਿਜੀ ਹੈ। ਕਹਿੰਦਾ ਕਿ ਮੇਰੇ ਕੋਲੋਂ ਹੁਣ ਸਵਖਤੇ ਨਹੀਂ ਉੱਠਿਆ ਜਾਂਦਾ, 15-20 ਮਿੰਟ ਸ਼ਾਮਾਂ ਦੇ ਵੇਲੇ ਪਾਠ ਕਰਨ ਦੇ ਲਈ ਸਮਾਂ ਨਹੀਂ ਹੈ। ਪਰ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਤੇ ਵਾਹਿਗੁਰੂ ਦੇ ਨਾਲ ਇੱਕਮਿਕ ਹਨ, ਪਰ ਸਾਡੇ ਵਾਸਤੇ ਪੂਰਨੇ ਪਾਰਿਆਂ ਨੇ ਸਾਨੂੰ ਸਬਕ ਪੜ੍ਹਾਉਣ ਦੇ ਲਈ ਸਾਰੀ ਦਿਹਾੜੀ ਮੋਦੀ ਖਾਨੇ ਦੇ ਵਿੱਚ ਰਸਦਾਂ ਲੈਂਦੇ ਵੀ ਹਨ ਤੇ ਰਸਦਾਂ ਵੇਚਦੇ ਵੀ ਹਨ, ਦਿੰਦੇ ਵੀ ਹਨ, ਕਿਉਂਕਿ ਸਾਰਾ ਸੌਦਾ ਪਤਾ ਉਸ ਵੇਲੇ ਰਸਦਾਂ ਦੇ ਦੁਆਰਾ ਹੀ ਲਿਆ ਦਿੱਤਾ ਜਾਂਦਾ ਸੀ। ਤੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਉੱਠਦੇ ਹਨ। ਵੇਈ ਦੇ ਵਿੱਚ ਇਸ਼ਨਾਨ ਕਰਕੇ, ਜਿੱਥੇ ਹੁਣ ਗੁਰਦੁਆਰਾ ਬੇਰ ਸਾਹਿਬ ਹੈ ਸਾਧ ਸੰਗਤ ਜੀ, ਬੇਰੀ ਹੇਠਾਂ ਵੇਈ ਦੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਵਾਹਿਗੁਰੂ ਦੀ ਯਾਦ ਦੇ ਵਿੱਚ ਜੁੜ ਬੈਠਦੇ ਸਨ। ਭਾਈ ਮਰਦਾਨਾ ਜੋ ਸਤਿਗੁਰੂ ਜੀ ਦੇ ਨਾਲ ਹੁੰਦੇ ਸਨ, ਉਹ ਵੀ ਸਤਿਗੁਰੂ ਜੀ ਦੇ ਨੇੜੇ ਬੈਠਦੇ ਹਨ ਕਿ ਕੋਈ ਡਿਸਟਰਬ ਨਾ ਕਰ ਸਕੇ। ਧਿਆਨ ਰੱਖਦੇ ਹਨ ਭਾਈ ਮਰਦਾਨਾ ਜੀ। ਔਰ ਵੇਈ ਦੇ ਵਿੱਚ ਹੀ ਸੁਲਤਾਨਪੁਰ ਲੋਧੀ ਦੇ ਵਿੱਚ ਹੀ ਅਸੀਂ ਇਹ ਵੀ ਪੜ੍ਹਦੇ ਹਾਂ ਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਇੱਕ ਦਿਨ ਇਸ਼ਨਾਨ ਕਰਨ ਦੇ ਲਈ ਗਏ ਤੇ ਪਰਮੇਸ਼ਰ ਦੇ ਸੇਵਕ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਸੱਚਖੰਡ ਦਰਗਾਹ ਦੇ ਵਿੱਚ ਪਰਮੇਸ਼ਰ ਦੇ ਅੱਗੇ ਲੈ ਕੇ ਗਏ। ਅੰਮ੍ਰਿਤ ਨਾਮ ਦਾ ਪਿਆਲਾ ਭਰ ਭਰ ਕੇ ਪੀਣ ਦੇ ਵਾਸਤੇ ਪ੍ਰਾਪਤ ਹੋਇਆ ਤੇ ਬਾਬੇ ਨਾਨਕ ਨੇ ਪੀਤਾ ਵੀ ਹੈ, ਤਸਲੀਮ ਵੀ ਕੀਤਾ। ਤੇ ਵਾਹਿਗੁਰੂ ਦਾ ਜੋ ਹੁਕਮ ਸੀ ਕਿ ਜੋ ਅੰਮ੍ਰਿਤ ਦਾ ਪਿਆਲਾ ਤੁਸੀਂ ਭਰ ਭਰ ਕੇ ਛਕਿਆ ਹੈ,
ਇਹ ਦੁਨੀਆ ਨੂੰ ਵੀ ਜਾ ਕੇ ਛਕਾਓ। ਤੇ ਸਤਿਗੁਰੂ ਸਾਧ ਸੰਗਤ ਜੀ ਤੀਸਰੇ ਦਿਨ ਵੇਈ ਦੇ ਵਿੱਚੋਂ ਬਾਹਰ ਨਿਕਲੇ ਹਨ। ਤੇ ਕੀ ਉਚਾਰਨ ਕੀਤਾ, ਨਾ ਕੋ ਹਿੰਦੂ ਨਾ ਮੁਸਲਮਾਨ, ਅੱਲ੍ਹਾ ਰਾਮ ਕੇ ਪਿੰਡ ਪਰਾਨ। ਕਿਉਂਕਿ ਦੁਨੀਆ ਦੇ ਵਿੱਚ ਧਰਮਾਂ ਕਰਕੇ ਕਿੰਨੀਆਂ ਲੜਾਈਆਂ ਹਨ। ਤੇ ਬਾਬਾ ਨਾਨਕ ਕੀ ਉਪਦੇਸ਼ ਦਿੰਦਾ ਹੈ ਕਿ ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਮੁਸਲਮਾਨ ਹੈ, ਸਾਰੇ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਹਨ। ਅੱਲ੍ਹਾ ਰਾਮ ਕੇ ਪਿੰਡ ਪੁਰਾਣ। ਤੇ ਧਾਰਮਿਕ ਬਾਣਾ ਪਾ ਕੇ ਅਸੀਂ ਜੋ ਇੱਕ ਦੂਸਰੇ ਦੇ ਨਾਲ ਲੜ ਰਹੇ ਹਾਂ, ਇਹ ਲੜਾਈਆਂ ਸਾਡੀ ਅਗਿਆਨਤਾ ਕਰਕੇ ਹਨ। ਜਿਵੇਂ ਇੱਕ ਮਾਂ ਬਾਪ ਦੇ ਪੁੱਤਰ ਧੀਆਂ ਬੱਚੇ ਉਹ ਛੋਟੇ ਹੁੰਦਿਆਂ ਆਪਸ ਦੇ ਵਿੱਚ ਲੜਦੇ ਹਨ, ਉਸੇ ਤਰ੍ਹਾਂ ਇਹ ਬਾਣੇ ਪਾ ਕੇ ਦੁਨੀਆ ਜੋ ਹੈ ਉਹ ਲੜ ਰਹੀ ਹੈ। ਪਰ ਹੈ ਵਾਹਿਗੁਰੂ ਦੇ ਪੈਦਾ ਕੀਤੇ ਹੋਏ। ਤੇ ਜੇ ਨਵਾਬ ਨੇ ਇਸ ਗੱਲ ਦੇ ਉੱਪਰ ਇਤਰਾਜ਼ ਕੀਤਾ, ਕਿਉਂਕਿ ਮੁਗਲਾਂ ਦਾ ਉਸ ਵੇਲੇ ਮੁਸਲਮਾਨਾਂ ਦਾ ਰਾਜ ਸੀ, ਤੇ ਸਤਿਗੁਰੂ ਜੀ ਨੇ ਕਿਹਾ ਕਿ ਸਾਡੀਆਂ ਨਜ਼ਰਾਂ ਦੇ ਵਿੱਚ ਸਾਰੇ ਬਰਾਬਰ ਹਨ। ਜੇ ਸਾਰੇ ਬਰਾਬਰ ਹਨ ਤੇ ਸਾਡੇ ਨਾਲ ਮਸਜਿਦ ਦੇ ਵਿੱਚ ਚਲੋ। ਸਤਿਗੁਰੂ ਜੀ ਨੇ ਨਾ ਨਹੀਂ ਕੀਤੀ। ਸਾਧ ਸੰਗਤ ਜੀ ਉਹਨਾਂ ਦੇ ਨਾਲ ਮਸਜਿਦ ਦੇ ਵਿੱਚ ਗਏ, ਪਰ ਨਮਾਜ਼ ਉਹਨਾਂ ਦੇ ਨਾਲ ਨਹੀਂ ਪੜ੍ਹੀ। ਨਮਾਜ਼ ਕਿਉਂ ਨਹੀਂ ਪੜ੍ਹੀ? ਤੇ ਵੀ ਕਿਹਾ ਗਿਆ ਕਿ ਤੁਸੀਂ ਸਾਡੇ ਨਾਲ ਨਮਾਜ਼ ਵੀ ਨਹੀਂ ਪੜ੍ਹੀ, ਤੇ ਸਾਨੂੰ ਨਮਾਜ਼ ਪੜ੍ਹਦਿਆਂ ਹੋਇਆਂ ਨੂੰ ਦੇਖ ਕੇ ਤੁਸੀਂ ਵਿਅੰਗ ਰੂਪ ਦੇ ਵਿੱਚ ਹੱਸੇ ਵੀ ਹੋ, ਮਜ਼ਾਕ ਕੀਤਾ ਹੈ। ਤੇ ਸਤਿਗੁਰੂ ਜੀ ਨੇ ਉੱਤਰ ਦਿੱਤਾ, ਜੋ ਗੁਰਦੁਆਰਾ ਅੰਤਰਜਾਮਤਾ ਇਸ ਵੇਲੇ ਸੁਭਾਏਮਾਨ ਹੈ। ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਉੱਤਰ ਦਿੱਤਾ ਕਿ ਮੈਂ ਨਮਾਜ਼ ਕਿਸ ਦੇ ਨਾਲ ਪੜ੍ਹਦਾ? ਇੱਕ ਦਾ ਧਿਆਨ ਤੇ ਘਰ ਦੇ ਵਿੱਚ ਸੂਈ ਹੋਈ ਘੋੜੀ ਦੇ ਵਿਸ਼ੇਰੀ ਦੇ ਵਿੱਚ ਸੀ ਕਿ ਕਿਤੇ ਉਹ ਖੂਹ ਦੇ ਵਿੱਚ ਨਾ ਡਿੱਗ ਪਵੇ, ਤੇ ਇੱਕ ਦਾ ਧਿਆਨ, ਨਵਾਬ ਦਾ ਧਿਆਨ ਕਾਬਲ ਦੇ ਵਿੱਚ ਘੋੜਿਆਂ ਦੀ ਖਰੀਦੋ ਫਰੋਖਤ ਦੇ ਵਿੱਚ ਸੀ। ਮੈਂ ਕਿਸ ਦੇ ਨਾਲ ਨਮਾਜ਼ ਪੜ੍ਹਦਾ? ਦੋਨੋਂ ਸ਼ਰਮਸ਼ਾਰ ਹੋਏ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਝੁਕੇ। ਤੇ ਬਾਬੇ ਨਾਨਕ ਨੇ ਫਿਰ ਉੱਥੇ ਵੀ ਸਬਕ ਪੜ੍ਹਾਇਆ ਕਿ ਜੇ ਤਨ ਕਰਕੇ ਧਾਰਮਿਕ ਅਸਥਾਨਾਂ ਵਿਖੇ ਪਹੁੰਚੇ ਹੋ, ਜਿੱਥੇ ਤਨ ਦੀ ਹਾਜ਼ਰੀ ਜ਼ਰੂਰੀ ਹੈ, ਉੱਥੇ ਮਨ ਦੀ ਹਾਜ਼ਰੀ ਵੀ ਧਾਰਮਿਕ ਅਸਥਾਨਾਂ ਦੇ ਉੱਪਰ ਲਗਾਉਣੀ ਜ਼ਰੂਰੀ ਹੈ। ਇਹ ਨਹੀਂ ਕਿ ਤਨ ਧਾਰਮਿਕ ਸਥਾਨ ਵਿਖੇ ਹੋਵੇ ਤੇ ਮਨ ਜਿਹੜਾ ਉਹ ਸਾਡੇ ਘਰ ਦਿਆਂ ਝਮੇਲਿਆਂ ਦੇ ਵਿੱਚ ਹੋਵੇ। ਮਨ ਵੀ ਤਨ ਦੇ ਨਾਲ ਗੁਰੂ ਦੇ ਚਰਨਾਂ ਦੇ ਵਿੱਚ ਹੋਣਾ ਚਾਹੀਦਾ ਹੈ। ਤੇ ਵਾਹਿਗੁਰੂ ਦਾ ਜੋ ਹੁਕਮ ਸੀ, ਸਾਧ ਸੰਗਤ ਜੀ, ਉਹਨਾਂ ਹੁਕਮਾਂ ਅਨੁਸਾਰ ਬਾਬੇ ਨਾਨਕ ਨੇ ਫਿਰ ਉਦਾਸੀਆਂ ਸੁਲਤਾਨਪੁਰ ਲੋਧੀ ਤੋਂ ਆਰੰਭ ਕੀਤੀਆਂ ਹਨ। ਪਹਿਲੀ ਉਦਾਸੀ ਸਤਿਗੁਰੂ ਜੀ ਨੇ ਆਰੰਭ ਕੀਤੀ ਤੇ ਪਹਿਲਾ ਟਿਕਾਣਾ ਕਿੱਥੇ ਕੀਤਾ ਹੈ? ਭਾਈ ਲਾਲੋ, ਜਿਹੜਾ ਉਸ ਵੇਲੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਧਾਰਮਿਕ ਕੱਟੜਪੁਣੇ ਦੀਆਂ ਨਜ਼ਰਾਂ ਦੇ ਵਿੱਚ ਸੂਦਰ ਸੀ। ਭਾਈ ਲਾਲੋ ਤਰਖਾਣ ਦੇ ਘਰ ਦੇ ਵਿੱਚ ਸਤਿਗੁਰੂ ਜੀ ਗਏ, ਦਰਵਾਜ਼ਾ ਖਟਖਟਾਇਆ ਤੇ ਆਵਾਜ਼ ਦਿੱਤੀ ਕਿ ਭਾਈ ਲਾਲੋ। ਤੇ ਭਾਈ ਲਾਲੋ ਨੇ ਆਵਾਜ਼ ਸੁਣੀ, ਹੈਰਾਨ ਹੋ ਗਿਆ ਕਿ ਅੱਜ ਤੱਕ ਤੇ ਕਿਸੇ ਨੇ ਮੈਨੂੰ ਭਾਈ ਕਹਿ ਕੇ ਸੰਬੋਧਨ ਨਹੀਂ ਸੀ ਕੀਤਾ, ਮੈਨੂੰ ਓਪਰਾ ਕੋਈ ਜਾਪਦਾ ਹੈ। ਭਾਈ ਲਾਲੋ ਨੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ, ਦਰਵਾਜ਼ਾ ਖੋਲ੍ਹਿਆ ਤੇ ਸਤਿਗੁਰੂ ਜੀ ਪੁੱਛਦੇ ਹਨ ਕਿ ਭਾਈ ਲਾਲੋ ਕੀ ਕਰਦਾ? ਕਹਿਣ ਲੱਗਾ ਕਿ ਸਤਿਗੁਰੂ ਜੀ ਮੈਂ ਕਿੱਲੇ ਘੜ ਰਿਹਾ ਹਾਂ। ਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਸਾਰੀ ਜ਼ਿੰਦਗੀ ਕਿੱਲੇ ਹੀ ਘੜਦਾ ਰਵੇਂਗਾ, ਕਦੀ ਆਪਣੇ ਮਨ ਨੂੰ ਵੀ ਘੜਿਆ ਹੀ? ਤੇ ਉਸ ਭਾਈ ਲਾਲੋ ਫਿਰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋ ਕੇ ਬੇਨਤੀ ਕਰਦਾ ਕਿ ਪਾਤਸ਼ਾਹ ਜੀ, ਮੈਨੂੰ ਤੇ ਮਨ ਘੜਨ ਦੀ ਜਾਚ ਕਿਸੇ ਨੇ ਸਿਖਾਈ ਨਹੀਂ, ਕਿਰਪਾ ਕਰੋ ਮੈਨੂੰ ਮਨ ਨੂੰ ਵੀ ਘੜਨ ਦੀ ਜਾਚ ਸਿਖਾਓ। ਬਾਬੇ ਨਾਨਕ ਨੇ ਫਿਰ ਉਹਨੂੰ ਆਪਣੇ ਮਨ ਨੂੰ ਘੜਨ ਦੀ ਜਾਚ ਸਿਖਾਈ।
ਤੇ ਜਦੋਂ ਪ੍ਰਸ਼ਾਦਾ ਛਕਣ ਦਾ ਵੇਲਾ ਹੋਇਆ ਨਾ, ਸਾਧ ਸੰਗਤ ਜੀ ਸਤਿਗੁਰੂ ਜੀ ਨੂੰ ਭਾਈ ਲਾਲੋ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ ਆਪ ਜੀ ਦੇ ਵਾਸਤੇ ਮੈਂ ਵੱਖਰਾ ਚੌਂਕਾ ਤਿਆਰ ਕਰ ਦੇਵਾਂ, ਕਿਉਂਕਿ ਉਸ ਵੇਲੇ ਸੁੱਚ ਭਿੱਟ ਬਹੁਤ ਜ਼ਿਆਦਾ ਮੰਨੀ ਜਾਂਦੀ ਸੀ। ਸਾਧ ਸੰਗਤ ਜੀ ਤੇ ਭਾਈ ਲਾਲੋ ਜੀ ਕਹਿੰਦੇ ਕਿ ਆਪ ਜੀ ਦੇ ਵਾਸਤੇ ਮੈਂ ਵੱਖਰਾ ਚੌਂਕਾ ਤਿਆਰ ਕਰ ਦੇਵਾਂ ਪ੍ਰਸ਼ਾਦਾ ਤਿਆਰ ਕਰਨ ਦੇ ਵਾਸਤੇ। ਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਲਾਲੋ ਵੱਖਰਾ ਚੌਂਕਾ ਤਿਆਰ ਕਰਨ ਦੀ ਜ਼ਰੂਰਤ ਨਹੀਂ ਹੈ, ਸਾਰੀ ਧਰਤੀ ਸਾਡੇ ਵਾਸਤੇ ਚੌਂਕਾ ਹੈ। ਹੁਣ ਸਾਧ ਸੰਗਤ ਜੀ ਜਿਸ ਜਗ੍ਹਾ ਦੇ ਉੱਪਰ ਅਸੀਂ ਹੁਣ ਜੁੜ ਬੈਠੇ ਹਾਂ, ਇੱਥੇ ਖੇਤੀ ਹੁੰਦੀ ਹੈ। ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਹਨ, ਬਾਣੀ ਪੜ੍ਹੀ ਜਾ ਰਹੀ, ਕਥਾ ਹੋ ਰਹੀ, ਕੀਰਤਨ ਹੋ ਰਿਹਾ। ਪਰਸੋਂ ਰੋਜ਼ ਤੋਂ ਦੀਵਾਨ ਸੱਜ ਰਹੇ ਹਨ, ਢਾਡੀ ਜਥੇ, ਕਵੀਸ਼ਰ ਜਥੇ, ਰਾਗੀ ਜਥੇ ਆਪ ਜੀ ਨੂੰ ਗੁਰੂ ਜਸ ਸਰਵਣ ਕਰਾ ਕੇ ਨਿਹਾਲ ਕਰ ਰਹੇ ਹਨ। ਜਿੱਥੇ ਗੁਰੂ ਦੇ ਚਰਨ ਪੈ ਜਾਣ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਜੋ ਸਾਨ ਸੁਹਾਵਾ ਰਾਮ ਰਾਜੇ। ਜਿੱਥੇ ਗੁਰੂ ਦੇ ਚਰਨ ਪੈ ਜਾਣ ਉਹ ਸਾਰੀ ਧਰਤੀ ਸੁਹਾਵਣੀ ਸਫਲੀ ਹੋ ਜਾਂਦੀ ਹੈ। ਇਹ ਸਾਰੀ ਧਰਤੀ ਸਤਿਗੁਰੂ ਜੀ ਕਹਿਣ ਲੱਗੇ ਕਿ ਸਾਡੇ ਵਾਸਤੇ ਚੌਂਕਾ ਹੈ, ਕੋਈ ਵੱਖਰਾ ਚੌਂਕਾ ਤਿਆਰ ਕਰਨ ਦੀ ਜ਼ਰੂਰਤ ਨਹੀਂ ਹੈ। ਜੋ ਵੀ ਘਰ ਦੇ ਵਿੱਚ ਤਿਆਰ ਹੈ ਸਾਨੂੰ ਛਕਾਓ। ਕੋਦਰੇ ਦੀ ਰੋਟੀ ਜੋ ਤਿਆਰ ਸੀ, ਪ੍ਰਸ਼ਾਦਾ ਤਿਆਰ ਸੀ, ਰੁੱਖਾ ਮਿੱਸ਼ਾ ਭਾਈ ਲਾਲੋ ਨੇ ਲਿਆਂਦਾ ਤੇ ਬਾਬੇ ਨਾਨਕ ਨੇ, ਭਾਈ ਮਰਦਾਨਾ ਜੀ ਨੇ ਭਾਈ ਲਾਲੋ ਦੀ ਕੋਦਰੇ ਦੀ ਰੋਟੀ ਜੋ ਹੈ ਉਹ ਸਾਗ ਦੇ ਨਾਲ ਛਕੀ ਹੈ। ਭਾਈ ਲਾਲੋ ਨੂੰ ਆਪਣੇ ਗਲੇ ਦੇ ਨਾਲ ਲਗਾਇਆ, ਉਸ ਨੂੰ ਬਣਦਾ ਮਾਣ ਸਤਿਕਾਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਧ ਸੰਗਤ ਜੀ ਬਖਸ਼ਿਸ਼ ਕੀਤਾ ਹੈ। ਉਸੇ ਤਰ੍ਹਾਂ ਜਿੱਥੇ ਗਰੀਬਾਂ ਨੂੰ ਸਤਿਕਾਰ ਮਾਣ ਬਖਸ਼ਿਸ਼ ਕੀਤਾ, ਸਾਧ ਸੰਗਤ ਜੀ ਇਹ ਵੀ ਇੱਕ ਬਚਨ ਚੇਤੇ ਆ ਗਿਆ ਹੋਰ ਕਿ ਜਦੋਂ ਬਾਬਰ ਨੇ ਹਿੰਦੁਸਤਾਨ ਦੇ ਉੱਪਰ ਹਮਲਾ ਕੀਤਾ ਨਾ, ਤੇ ਬਾਬਰ ਦੇ ਨਾਲ ਕੋਈ ਬਹੁਤ ਵੱਡੀਆਂ ਫੌਜਾਂ ਨਹੀਂ ਸਨ। 500 ਕੁ ਗਿਣਤੀ ਦੇ ਸਿਪਾਹੀ ਸਨ ਜੋ ਬਾਬਰ ਦੇ ਨਾਲ ਹਿੰਦੁਸਤਾਨ ਦੇ ਉੱਪਰ ਹਮਲਾਵਰ ਹੋਏ। ਹਿੰਦੁਸਤਾਨ ਦੇ ਉੱਪਰ ਹਮਲਾ ਕੀਤਾ ਤੇ ਜਿਸ ਦਿਨ ਪਹਿਲੇ ਦਿਨ ਲੜਾਈ ਸਮਾਪਤ ਹੋਈ ਤੇ ਲੜਾਈ ਸਮਾਪਤ ਹੋਣ ਤੋਂ ਬਾਅਦ ਇੱਕ ਬੰਨੇ ਬਾਬਰ ਦੀਆਂ ਫੌਜਾਂ ਪ੍ਰਸ਼ਾਦਾ ਤਿਆਰ ਕਰ ਰਹੀਆਂ ਹਨ, ਇੱਕ ਬੰਨੇ ਹਿੰਦੁਸਤਾਨ ਦੀਆਂ ਫੌਜਾਂ ਪ੍ਰਸ਼ਾਦਾ ਤਿਆਰ ਕਰ ਰਹੀਆਂ ਹਨ। ਜਿੱਧਰਲੇ ਬੰਨੇ ਹਿੰਦੁਸਤਾਨ ਦੀਆਂ ਫੌਜਾਂ ਪ੍ਰਸ਼ਾਦਾ ਤਿਆਰ ਕਰ ਰਹੀਆਂ ਸਨ, ਥਾਂ ਥਾਂ ਦੇ ਉੱਪਰ ਅੱਗ ਬਲਦੀ ਹੋਈ ਦੇਖੀ ਬਾਬਰ ਨੇ ਤੇ ਆਪਣੇ ਸਿਪਾਹੀਆਂ ਨੂੰ ਕਹਿਣ ਲੱਗਾ ਕਿ ਜਾਪਦਾ ਕਿ ਦੁਸ਼ਮਣਾਂ ਦੀਆਂ ਫੌਜਾਂ ਦੇ ਵਿੱਚ ਅੱਗ ਲੱਗ ਗਈ, ਤੰਬੂਆਂ ਨੂੰ ਜਾਓ, ਜਾ ਕੇ ਦੇਖ ਕੇ ਆਓ, ਉਹਨਾਂ ਦੀ ਹੈਲਪ ਕਰੀਏ, ਭਾਵੇਂ ਸਾਡੀ ਉਹਨਾਂ ਨਾਲ ਲੜਾਈ ਹੈ। ਤੇ ਜਦੋਂ ਵੇਖਣ ਦੇ ਵਾਸਤੇ ਗਏ ਤੇ ਆਣ ਕੇ ਕੀ ਦੱਸਦੇ ਹਨ, ਕਹਿੰਦੇ ਕਿ ਬਾਦਸ਼ਾਹ ਉੱਥੇ ਲੜਾਈ ਤੰਬੂਆਂ ਨੂੰ ਅੱਗ ਨਹੀਂ ਲੱਗੀ, ਉੱਥੇ ਜਿਹੜੀਆਂ ਹਿੰਦੁਸਤਾਨ ਦੀਆਂ ਫੌਜਾਂ ਨੂੰ ਵੱਖਰੀ ਵੱਖਰੀ ਆਪਣੀ ਰੋਟੀ ਤਿਆਰ ਕਰ ਰਹੇ ਹਨ। ਹੁਣ ਜਿਹੜੇ ਇਕੱਠੇ ਰੋਟੀ ਨਹੀਂ ਤਿਆਰ ਕਰਕੇ ਇੱਕ ਚੌਂਕੇ ਤੋਂ ਤਿਆਰ ਕੀਤੀ ਰੋਟੀ ਨਹੀਂ ਛਕਦੀ, ਉਹਨਾਂ ਦੇ ਆਪਸ ਦੇ ਵਿੱਚ ਕਿੰਨਾ ਕੁ ਪਿਆਰ ਹੋਵੇਗਾ। ਅੱਜ ਮਨੋਵਿਗਿਆਨਕਾਂ ਨੇ ਬਚਨ ਕਹੇ ਹਨ ਕਿ ਸਾਡੇ ਪਰਿਵਾਰਾਂ ਦੇ ਵਿੱਚੋਂ ਪਿਆਰ ਮੁਹੱਬਤ ਖਤਮ ਹੁੰਦਾ ਜਾ ਰਿਹਾ ਹੈ। ਤੇ ਪਿਆਰ ਮੁਹੱਬਤ ਖਤਮ ਹੋਣ ਦਾ ਕਾਰਨ ਕੀ ਹੈ? ਕਾਰਨ ਇਹ ਹੈ ਕਿ ਸਾਰਾ ਪਰਿਵਾਰ ਰਲ ਮਿਲ ਕੇ ਬੈਠ ਕੇ ਪ੍ਰਸ਼ਾਦਾ ਜੋ ਹੈ ਉਹ ਇਕੱਠਿਆਂ ਨਹੀਂ ਛਕਦੇ। ਤੇ ਜੇ ਇੱਕ ਪਰਿਵਾਰ ਇਕੱਠਿਆਂ ਬੈਠ ਕੇ ਰੋਟੀ ਨਹੀਂ ਖਾਂਦੇ, ਉਹਨਾਂ ਦੇ ਵਿੱਚ ਪਿਆਰ ਉੱਡ ਗਿਆ। ਤੇ ਹਿੰਦੁਸਤਾਨ ਦੇ ਇੰਨੇ ਕੌਮਾਂ ਇਕੱਠੀਆਂ ਬੈਠ ਕੇ ਰੋਟੀ ਨਹੀਂ ਖਾਂਦੀਆਂ ਤਾਂ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਕਿੰਨਾ ਕੁ ਪਿਆਰ ਹੋਣਾ ਸੀ। ਬਾਬੇ ਨਾਨਕ ਨੇ ਇਸੇ ਨੁਕਤੇ ਨੂੰ ਸਾਧ ਸੰਗਤ ਜੀ ਸਮਝਿਆ, ਲੰਗਰ ਦੀ ਮਰਿਆਦਾ ਕਾਇਮ ਕੀਤੀ। ਤੇ ਤੀਸਰੇ ਜਾਮੇ ਦੇ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਕਰੜਾ ਹੁਕਮ ਕੀਤਾ ਸੀ, ਪਹਿਲੇ ਪੰਗਤ ਪਾਸੇ ਸੰਗਤ, ਕਿ ਜੇ ਇੱਕ ਪੰਗਤ ਦੇ ਵਿੱਚ ਬੈਠ ਕੇ ਜਿਹੜੇ ਪ੍ਰਸ਼ਾਦਾ ਛਕਣਗੇ ਉਹਨਾਂ ਨੂੰ ਸਾਡੇ ਦਰਸ਼ਨ ਦਿਦਾਰੇ ਹੋਣਗੇ।
ਇੱਕ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਣ ਦਾ ਹੁਕਮ ਕੀਤਾ ਤਾਂ ਕਿ ਇਹਨਾਂ ਦਾ ਆਪਸ ਦੇ ਵਿੱਚ ਪਿਆਰ ਪੈਦਾ ਹੋਵੇ। ਹੁਣ ਬਿਆਸਾ ਦਰਿਆ ਦੇ ਕੰਢੇ ਦੇ ਉੱਪਰ ਗੁਰੂ ਅਮਰਦਾਸ ਸਾਹਿਬ ਜੀ ਨੇ ਬੌਲੀ ਦੀ ਉਸਾਰੀ ਕਰਵਾਈ। ਬੌਲੀ ਤੋਂ ਜਲ ਸੰਗਤਾਂ ਛਕਦੀਆਂ ਹਨ ਤੇ ਬੌਲੀ ਦੇ ਵਿੱਚ ਇੱਕ ਥਾਂ ਦੇ ਉੱਪਰ ਇਕੱਠਿਆਂ ਇਸ਼ਨਾਨ ਕਰਨ ਦਾ ਵੀ ਹੁਕਮ ਕੀਤਾ। ਇਕੱਠਿਆਂ ਇੱਕ ਥਾਂ ਦੇ ਉੱਪਰ ਇਸ਼ਨਾਨ ਕਰਨ ਦਾ ਕਿਉਂ ਹੁਕਮ ਕੀਤਾ ਸੀ ਕਿ ਜਿਹੜੀ ਸੁੱਚ ਭਿੱਟ ਛੂਆ ਛਾਤ ਊਚ ਨੀਚ ਕਰਕੇ ਮਨੁੱਖਤਾ ਦੇ ਵਿੱਚ ਹੈ ਨਾ, ਇਹ ਛੂਤ ਛਾਤ ਸੁੱਚ ਭਿੱਟ ਖਤਮ ਹੋ ਸਕੇ। ਇੱਕ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਣ, ਇੱਕ ਬੌਲੀ ਦੇ ਵਿੱਚ ਇਸ਼ਨਾਨ ਕਰਨ ਤੇ ਇੱਕ ਸੰਗਤ ਦੇ ਵਿੱਚ ਬੈਠ ਕੇ ਪਰਮਾਤਮਾ ਦੀ ਬੰਦਗੀ ਕਰਨ, ਆਪਸ ਦੇ ਵਿੱਚ ਇਹਨਾਂ ਦੇ ਪਿਆਰ ਪੈਦਾ ਹੋਵੇਗਾ। ਤੇ ਉਹ ਪਿਆਰ ਕਿੰਨਾ ਪੈਦਾ ਹੋਇਆ। 18ਵੀਂ ਸਦੀ ਦਾ ਇਤਿਹਾਸ ਪੜ੍ਹਦੇ ਹਾਂ ਸਾਧ ਸੰਗਤ ਜੀ, ਜਦੋਂ ਸਿੱਖਾਂ ਦੇ ਸਿਰਾਂ ਦੇ 80 ਰੁਪਈਏ ਮੁੱਲ ਰੱਖਿਆ ਹੁੰਦਾ ਸੀ, ਉਦੋਂ ਸਿੱਖਾਂ ਦਾ ਆਪਸ ਦੇ ਵਿੱਚ ਕਿੰਨਾ ਪਿਆਰ ਸੀ। ਕਹਿੰਦੇ ਹਨ ਕਿ ਹਕੂਮਤ ਵੱਲੋਂ 4 ਸਿੱਖਾਂ ਨੂੰ ਜਿਹੜਾ ਸੀ ਉਹ ਇੱਕ ਬੱਚੇ ਨੂੰ, ਇੱਕ ਨੌਜਵਾਨ ਨੂੰ, ਇੱਕ ਅੱਧ ਖੜ ਨੂੰ ਤੇ ਇੱਕ ਬਜ਼ੁਰਗ ਨੂੰ ਜਿਹੜਾ ਸੀ ਕੈਦ ਕੀਤਾ ਗਿਆ। ਉਹਨਾਂ ਨੂੰ ਇੱਕ ਰੋਟੀ ਦਿੱਤੀ ਗਈ ਛਕਣ ਦੇ ਵਾਸਤੇ ਕਿ ਆਪਸ ਦੇ ਵਿੱਚ ਇੰਨਾ ਇਹਨਾਂ ਦਾ ਪਿਆਰ ਹੈ, ਇੱਕ ਦੂਸਰੇ ਦੇ ਨਾਲ ਇੰਨਾ ਜਾਨ ਨਸ਼ਾਵਰ ਕਰਨ ਤੱਕ ਜਾਂਦੇ ਹਨ। ਤੇ ਕਿੰਨੇ ਦਿਨ ਇਹਨਾਂ ਨੂੰ ਭੁੱਖੇ ਰੱਖਿਆ ਗਿਆ ਹੈ ਇੱਕ ਰੋਟੀ ਦੇ ਵਾਸਤੇ। ਹੁਣ ਦੇਖਦੇ ਹਾਂ ਕਿ ਕਿਸ ਤਰ੍ਹਾਂ ਫਿਰ ਇਹ ਕਰਦੇ ਹਨ, ਲੜ ਕੇ ਮਰਦੇ ਹਨ ਜਾਂ ਕੀ ਕਰਦੇ ਹਨ। ਜਦੋਂ ਰੋਟੀ ਦਿੱਤੀ ਗਈ ਬਜ਼ੁਰਗ ਨੂੰ ਤੇ ਬਜ਼ੁਰਗ ਨੇ ਉਹ ਰੋਟੀ ਆਪ ਨਹੀਂ ਖਾਧੀ, ਉਸ ਨੇ ਉਹ ਰੋਟੀ ਛੋਟੇ ਬੱਚੇ ਨੂੰ ਦੇ ਦਿੱਤੀ ਤੇ ਬੱਚੇ ਨੂੰ ਕਿਹਾ ਕਿ ਬੇਟਾ ਤੂੰ ਰੋਟੀ ਖਾ ਲਾ, ਮੈਂ ਤੇ ਵੱਡਾ ਹਾਂ, ਜ਼ਿੰਦਗੀ ਹੰਢਾ ਚੁੱਕਾ ਹਾਂ, ਮੈਂ ਭੁੱਖ ਜਰ ਸਕਦਾ, ਤੂੰ ਰੋਟੀ ਛਕ ਲਾ। ਤੇ ਬੱਚਾ ਕਹਿਣ ਲੱਗਾ ਕਿ ਨਹੀਂ, ਮੈਂ ਰੋਟੀ ਨਹੀਂ ਖਾਣੀ। ਉਸਨੇ ਉਹ ਰੋਟੀ ਨੌਜਵਾਨ ਦੇ ਅੱਗੇ ਰੱਖੀ ਕਿ ਤੁਸੀਂ ਨੌਜਵਾਨ ਹੋ, ਸਾਡੇ ਉੱਪਰ ਆਏ ਦਿਨ ਹਮਲੇ ਹੋ ਰਹੇ ਹਨ, ਤੁਹਾਨੂੰ ਸ਼ਕਤੀ ਦੀ ਜ਼ਰੂਰਤ ਹੈ ਤੇ ਤੁਸੀਂ ਪ੍ਰਸ਼ਾਦਾ ਛਕੋ, ਲੜਾਈ ਕਰਨੀ ਪੈਣੀ ਹੈ। ਉਸ ਨੌਜਵਾਨ ਨੇ ਵੀ ਰੋਟੀ ਨਹੀਂ ਖਾਧੀ, ਉਸ ਨੇ ਅੱਧ ਖੜ ਉਮਰ ਦੇ ਅੱਗੇ ਰੱਖੀ, ਉਹਨੇ ਵੀ ਨਹੀਂ ਖਾਧੀ, ਉਹਨੇ ਫਿਰ ਬਜ਼ੁਰਗ ਦੇ ਅੱਗੇ ਰੱਖੀ। ਤੇ ਮੁਗਲ ਜੋ ਹਨ ਉਹ ਦੇਖ ਰਹੇ ਹਨ ਕਿ ਰੋਟੀ ਦੇ ਵਾਸਤੇ ਲੜਨਗੇ, ਕੀ ਕਰਦੇ ਹਨ। ਤੇ ਜਦੋਂ ਕਿਸੇ ਨੇ ਵੀ ਰੋਟੀ ਨਹੀਂ ਨਾ ਛਕੀ, ਫਿਰ ਉਸ ਰੋਟੀ ਦੇ 4 ਟੁਕੜੇ ਕੀਤੇ ਗਏ। ਇੱਕ ਇੱਕ ਟੁਕੜਾ ਜਿਹੜਾ ਉਹਨਾਂ ਨੇ ਛਕਿਆ ਤੇ ਉਹ ਫਿਰ ਆਪਣੇ ਮੱਥੇ ਦੇ ਉੱਪਰ ਹੱਥ ਮਾਰਦੇ ਹਨ ਕਿ ਕਿੰਨਾ ਇਹਨਾਂ ਦੇ ਵਿੱਚ ਸਬਰ ਸੰਤੋਖ ਹੈ। ਆਪਸ ਦੇ ਵਿੱਚ ਇੱਕ ਰੋਟੀ ਮਿਲੀ 3-4 ਦਿਨਾਂ ਬਾਅਦ, ਤੇ ਉਹ ਵੀ ਇਕੱਲੇ ਨੇ ਨਹੀਂ ਖਾਧੀ, ਸਾਰਿਆਂ ਨੇ ਵੰਡ ਕੇ ਛਕੀ ਹੈ। ਐਸਾ ਪਿਆਰ, ਐਸੀ ਮੁਹੱਬਤ ਬਾਬੇ ਨਾਨਕ ਨੇ ਸਾਧ ਸੰਗਤ ਜੀ ਸਾਡੇ ਖੂਨ ਦੇ ਵਿੱਚ ਭਰਨ ਦੇ ਲਈ ਐਸੇ ਸਿਧਾਂਤ, ਵੰਡ ਕੇ ਛਕਣ ਦਾ ਸਿਧਾਂਤ ਪਹਿਲੇ ਜਾਮੇ ਦੇ ਵਿੱਚ ਸਾਨੂੰ ਜੋ ਹੈ ਉਹ ਬਖਸ਼ਿਸ਼ ਕੀਤਾ। ਸਿੱਖੀ ਨੂੰ ਕਹਿੰਦੇ ਹਨ ਕਿ ਜੇ ਸੰਖੇਪ ਦੇ ਵਿੱਚ ਕਹਿਣਾ ਹੋਵੇ ਤਾਂ ਕੀ ਹੈ, ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ। ਨਾਮ ਜਪਣਾ ਹੈ, ਕਿਰਤ ਕਰਨੀ ਹੈ ਤੇ ਵੰਡ ਕੇ ਛਕਣਾ ਹੈ। ਗੁਰੂ ਕੇ ਲੰਗਰ ਛਕਦੇ ਹਾਂ ਤੇ ਆਪ ਜਿੱਥੇ ਗੁਰੂ ਦੀ ਬਾਣੀ ਦੇ ਨਾਲ, ਬਾਣੇ ਦੇ ਨਾਲ ਜੁੜੇ ਹਾਂ, ਉਥੇ ਹੋਰਨਾਂ ਨੂੰ ਵੀ ਬਾਣੀ ਤੇ ਬਾਣੇ ਦੇ ਨਾਲ ਜੋੜਨ ਦੇ ਵਾਸਤੇ ਹੁਕਮ ਕਰਨੇ ਹਨ। ਔਰ ਸਾਧ ਸੰਗਤ ਜੀ ਇੱਕ ਹੋਰ ਪ੍ਰਮਾਣ ਆਪ ਜੀ ਦੇ ਸਨਮੁਖ ਬਾਬੇ ਨਾਨਕ ਦੀਆਂ ਵਡਿਆਈਆਂ ਦੇ ਵਿੱਚੋਂ ਰੱਖ ਕੇ ਆਪ ਜੀ ਤੋਂ ਖਿਮਾ ਮੰਗ ਲੈਣੀ ਹੈ ਕਿ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਪਾਲਪੁਰ ਕੋੜੀ ਦੇ ਵਿੱਚ ਪਹੁੰਚਦੇ ਹਨ। ਉੱਥੇ ਇੱਕ ਕੋੜੀ ਹੈ ਜਿਸ ਨੂੰ ਉਸ ਦੇ ਪਰਿਵਾਰ ਵੱਲੋਂ ਸਾਂਭਿਆ ਨਹੀਂ ਜਾ ਰਿਹਾ। ਪਿੰਡ ਤੋਂ ਬਾਰ-ਬਾਰ ਝੌਂਪੜੀ ਬਣਾ ਕੇ, ਝੁੱਗੀ ਬਣਾ ਕੇ ਛੱਡ ਆਏ ਹਨ ਕਿ ਇਸ ਨੂੰ ਕੋੜ ਦਾ ਰੋਗ ਹੋ ਗਿਆ, ਕਿਤੇ ਸਾਨੂੰ ਵੀ ਨਾ ਹੋ ਜਾਵੇ ਤੇ ਰੋਟੀ ਪਾਣੀ ਵੀ ਜੋ ਹੈ
ਉਹ ਵੇਲੇ ਕੁ ਵੇਲੇ ਪਹੁੰਚਾਉਂਦੇ ਹਨ ਤੇ ਥਾਲੀ ਦੇ ਵਿੱਚ ਰੋਟੀ ਪਾ ਕੇ ਡੰਡੇ ਦੇ ਨਾਲ ਉਹਦੇ ਵੱਲ ਧੱਕਦੇ ਹਨ ਕਿ ਕਿਤੇ ਥਾਲੀ ਫੜਾਉਂਦਿਆਂ ਹੋਇਆਂ ਵੀ ਹੱਥ ਸਪਰਸ਼ ਨਾ ਕਰ ਜਾਣ, ਕਿਤੇ ਸਾਨੂੰ ਰੋਗ ਨਾ ਹੋ ਜਾਵੇ। ਔਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਧ ਸੰਗਤ ਜੀ ਪਹੁੰਚਦੇ ਹਨ। ਅਸੀਂ ਇਹ ਬਚਨ ਪੜ੍ਹਦੇ ਹਾਂ ਇਤਿਹਾਸ ਦੇ ਵਿੱਚੋਂ ਕਿ ਉਹ ਕੋਹੜੀ ਇੰਨਾ ਦੁਖੀ ਹੈ, ਸਵੇਰੇ ਸ਼ਾਮ ਅਰਦਾਸਾਂ ਕਰਦਾ ਹੈ ਕਿ ਜਾਂ ਤੰਦਰੁਸਤੀ ਬਖਸ਼ਿਸ਼ ਕਰੋ ਜਾਂ ਜਾਨ ਲੈ ਲਓ। ਅਰਦਾਸਾਂ ਪ੍ਰਵਾਨ ਹੋਈਆਂ, ਬਾਬਾ ਨਾਨਕ ਪਹੁੰਚਦੇ ਹਨ। ਪਿੰਡ ਵਾਲਿਆਂ ਨੇ ਟਿਕਾਣਾ ਨਹੀਂ ਦਿੱਤਾ, ਉਸ ਝੌਂਪੜੀ ਵੱਲ ਟਿਕਾਣਾ ਦੇ ਦਿੱਤਾ ਤੇ ਸਤਿਗੁਰੂ ਜੀ ਉੱਥੇ ਪਹੁੰਚਦੇ ਹਨ। ਪੈਰਾਂ ਦੀ ਜਦੋਂ ਆਹਟ ਸੁਣੀ ਤੇ ਉਸ ਕੋਹੜੀ ਨੇ ਦੇਖਿਆ ਕਿ ਸਤਿਗੁਰੂ ਜੀ ਨੇ ਕਿ ਕੋਈ ਓਪਰੇ ਆ ਰਹੇ ਹਨ। ਜਦੋਂ ਝੀਤਾਂ ਥਾਣੀ ਦੇਖਿਆ ਤੇ ਨੂਰ ਹੀ ਨੂਰ ਨਜ਼ਰ ਆਇਆ ਤੇ ਉੱਚੀ ਹਾਰੀ ਹੋਕਾ ਦਿੰਦਾ ਕਿ ਮੈਨੂੰ ਤੁਸੀਂ ਓਪਰੇ ਲੱਗਦੇ ਹੋ, ਮੈਨੂੰ ਕੋਹੜ ਦਾ ਰੋਗ ਹੋਇਆ, ਕਿਤੇ ਤੁਹਾਨੂੰ ਵੀ ਨਾ ਲੱਗ ਜਾਵੇ, ਦੂਰ ਚਲੇ ਜਾਓ। ਤੇ ਬਾਬਾ ਜੋ ਵੈਦਾਂ ਦਾ ਵੈਦ ਹੈ, ਸਾਧ ਸੰਗਤ ਜੀ ਰੋਗੀਆਂ ਦੇ ਰੋਗ ਕੱਢਣ ਵਾਸਤੇ ਆਏ ਹਨ। ਉਹਨਾਂ ਨੂੰ ਰੋਗ ਕੀ ਲੱਗ ਸਕਦਾ ਸੀ। ਸਤਿਗੁਰੂ ਜੀ ਆਏ, ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ, ਰਬਾਬ ਖੋਲੀ ਵਜਾਈ ਤੇ ਬਾਬੇ ਨਾਨਕ ਨੇ ਗੁਰਬਾਣੀ ਦਾ ਸ਼ਬਦ ਉਚਾਰਨ ਕੀਤਾ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਵੈਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਇਹ ਸ਼ਬਦ ਉਚਾਰਨ ਕੀਤਾ। ਉਸ ਕੋਹੜੀ ਨੇ ਸੁਣਿਆ ਤੇ ਜ਼ਖਮਾਂ ਕਰਕੇ ਜੋ ਦਰਦ ਚੀਸਾਂ ਉੱਠ ਰਹੀਆਂ ਸਨ, ਕੁਝ ਆਰਾਮ ਪ੍ਰਾਪਤ ਹੋਇਆ ਤੇ 2-2.5 ਮਹੀਨੇ ਉੱਥੇ ਰਹੇ। ਤੇ ਸਤਿਗੁਰੂ ਜੀ ਨੇ ਉਹਦੇ ਤਨ ਨੂੰ ਵੀ ਤੰਦਰੁਸਤ ਕੀਤਾ ਤੇ ਬਾਣੀ ਦੇ ਦੁਆਰਾ, ਆਪਣੇ ਬਚਨਾਂ ਦੇ ਦੁਆਰਾ ਉਸ ਦੀ ਆਤਮਾ ਨੂੰ ਵੀ ਤੰਦਰੁਸਤ ਕੀਤਾ ਹੈ। ਸਾਧ ਸੰਗਤ ਜੀ ਮਨੋਵਿਗਿਆਨਕ ਅੱਜ ਇਹ ਬਚਨ ਕਹਿੰਦੇ ਹਨ ਕਿ ਸਾਡੇ ਸਰੀਰ ਦੇ ਵਿੱਚ ਕਈ ਐਸੀਆਂ ਬਿਮਾਰੀਆਂ ਹਨ, ਜਿਸ ਤਰ੍ਹਾਂ ਬੀਜ ਦੇਈਦਾ ਨਾ ਜ਼ਮੀਨ ਦੇ ਵਿੱਚ ਤੇ ਕੁਝ ਬਹੁਤ ਚਿਰ ਬਾਅਦ ਉੱਗਦਾ, ਕੁਝ ਛੇਤੀ ਉੱਗ ਪੈਂਦੇ ਹਨ। ਉਸੇ ਤਰ੍ਹਾਂ ਜਦੋਂ ਸਾਡੇ ਅੰਦਰ ਬਿਮਾਰੀਆਂ ਦੇ ਬੀਜ ਮਨ ਦੇ ਵਿੱਚ ਬੀਜੇ ਜਾਂਦੇ ਹਨ, ਉਹ ਬਿਮਾਰੀ ਕੋਈ 6 ਮਹੀਨਿਆਂ ਬਾਅਦ, ਕੋਈ ਮਹੀਨੇ ਬਾਅਦ, ਕੋਈ 10 ਦਿਨਾਂ ਬਾਅਦ, ਕੋਈ 6 ਸਾਲ ਮਹੀਨਿਆਂ ਬਾਅਦ ਤਨ ਦੇ ਉੱਪਰ ਪ੍ਰਗਟ ਹੁੰਦੀਆਂ ਹਨ। ਕਿਉਂਕਿ ਮਨ ਰੋਗੀ ਹੋ ਗਿਆ ਹੈ ਤੇ ਜਦੋਂ ਮਨ ਰੋਗੀ ਹੋ ਜਾਵੇ ਉਦੋਂ ਫਿਰ ਤਨ ਵੀ ਰੋਗੀ ਹੋ ਜਾਂਦਾ ਹੈ। ਬਾਬੇ ਨਾਨਕ ਨੇ ਆਪਣੀ ਬਾਣੀ ਦੇ ਦੁਆਰਾ ਸਾਡੇ ਮਨ ਨੂੰ ਤੰਦਰੁਸਤ ਕੀਤਾ। ਸਾਧ ਸੰਗਤ ਜੀ, ਤੇ ਜਿਹੜੇ ਤਨ ਦੇ ਉੱਪਰ ਰੋਗ ਹਨ ਉਹਨਾਂ ਨੂੰ ਦਵਾਈਆਂ ਦੇ ਦੁਆਰਾ ਤੰਦਰੁਸਤ ਕੀਤਾ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਹੁਣ ਉਸ ਗੋਪਾਲਪੁਰ ਦੇ ਕੋਹੜੀ ਦਾ ਕੋਈ ਧਰਮ ਨਹੀਂ ਦੇਖਿਆ, ਕੋਈ ਜਾਤ ਨਹੀਂ ਦੇਖੀ। ਜਿਸ ਤਰ੍ਹਾਂ ਬਾਬੇ ਨਾਨਕ ਨੇ ਨਹੀਂ ਸੀ ਨਾ ਦੇਖੀ, ਉਸੇ ਤਰ੍ਹਾਂ ਮਹਾਂਪੁਰਸ਼ ਇਸ ਸੰਸਾਰ ਦੇ ਵਿੱਚ, ਜਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ ਨਾ ਕਿ ਮਹਾਂਪੁਰਸ਼ ਵੀ ਇਸ ਸੰਸਾਰ ਦੇ ਵਿੱਚ ਰਿਸ਼ੀ ਮੁਨੀ ਸੰਤ ਦੁਨੀਆ ਦੇ ਉੱਪਰ ਪਰਉਪਕਾਰ ਕਰਨ ਦੇ ਲਈ ਆਉਂਦੇ ਹਨ। ਜਿਸ ਤਰ੍ਹਾਂ ਦਰਖਤ ਆਪਣੇ ਫਲਾਂ ਨੂੰ ਆਪ ਨਹੀਂ ਖਾਂਦਾ, ਦੁਨੀਆ ਖਾਂਦੀ ਹੈ। ਜਿਸ ਤਰ੍ਹਾਂ ਵੀਰਾਂ ਨੂੰ ਆਰਾਧਨ ਵਾਲੇ ਪਦਾਰਥ ਤਿਆਰ ਕਰਕੇ ਆਪ ਨਹੀਂ ਛਕਦੇ, ਦੂਸਰਿਆਂ ਨੂੰ ਛਕਾ ਦਿੰਦੇ ਹਨ। ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਚੁੱਭੀਆਂ ਮਾਰਨ ਵਾਲੇ ਮਰਜੀਵੜੇ ਹੀਰੇ ਜਵਾਹਰਾਤ ਮੋਤੀ ਕੱਢ ਕੇ ਆਪ ਨਹੀਂ ਰੱਖਦੇ, ਦੁਨੀਆ ਨੂੰ ਦੇ ਦਿੰਦੇ ਹਨ। ਉਸੇ ਤਰ੍ਹਾਂ ਸੰਤ ਮਹਾਂਪੁਰਸ਼ ਵੀ ਬਾਬੇ ਨਾਨਕ ਦੀ ਕਿਰਪਾ ਦੇ ਸਦਕਾ ਉਹਨਾਂ ਰਹਿਮਤਾਂ ਜਿਹੜੀਆਂ ਹਨ ਉਹ ਦੁਨੀਆ ਨੂੰ ਵੰਡਦੇ ਹਨ। ਮਹਾਂਪੁਰਸ਼ ਸੰਤ ਬਾਬਾ ਬਲਵੰਤ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਸ਼ਾਂ ਵੱਲੋਂ ਵੀ ਬਹੁਤ ਵੱਡੇ ਵੱਡੇ ਪਰਉਪਕਾਰੀ ਕਾਰਜ ਕੀਤੇ ਜਾ ਰਹੇ ਹਨ। ਸੰਤ ਬਾਬਾ ਦਿਲਾਵਰ ਸਿੰਘ ਜੀ ਬ੍ਰਹਮ ਜੀ, ਜਿਨ੍ਹਾਂ ਵੱਲੋਂ ਯੂਨੀਵਰਸਿਟੀ ਕਾਇਮ ਕੀਤੀ ਗਈ। ਸਾਧ ਸੰਗਤ ਜੀ, ਬੱਚਿਆਂ ਨੂੰ ਗੁਰਮਤ ਦਾ, ਸੰਸਾਰੀ ਵਿਦਿਆ ਦਾ ਗਿਆਨ ਦੇਣ ਦੇ ਲਈ ਕਿੱਡੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਹਸਪੀਟਲ ਚਲਾਏ ਜਾ ਰਹੇ ਹਨ। ਗਰੀਬਾਂ ਦੀ ਤਨ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਦੇ ਵਾਸਤੇ ਲੰਗਰ ਚਲਾਏ ਜਾ ਰਹੇ ਹਨ। ਮਹਾਂਪੁਰਸ਼
ਗੁਰੂ ਸਾਹਿਬਾਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਿਆਂ ਹੋਇਆਂ ਬਾਬੇ ਨਾਨਕ ਦੇ ਭੰਡਾਰੇ ਦੇ ਵਿੱਚੋਂ ਦਾਤਾਂ ਜੋ ਹਨ ਦੁਨੀਆ ਨੂੰ ਵੰਡ ਕੇ ਸਤਿਗੁਰੂ ਜੀ ਦੇ ਨਾਲ ਪ੍ਰਮਾਤਮਾ ਦੇ ਨਾਲ ਜੋੜ ਰਹੇ ਹਨ। ਸਤਿਗੁਰੂ ਜੀ ਇਸੇ ਤਰ੍ਹਾਂ ਰਹਿਮਤਾਂ ਭਰਿਆ ਹੱਥ ਰੱਖਣ ਤੇ ਆਪਣੀ ਸੇਵਾ ਆਪ ਲੈਣ। ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ, ਸੰਗਤਾਂ ਦਾ ਧੰਨਵਾਦ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਕਿਰਪਾ ਰਹਿਮਤ ਦੇ ਦੁਆਰਾ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਹਨ। ਸੋ ਦਿੱਤਾ ਹੋਇਆ ਸਮਾਂ ਸਮਾਪਤ ਹੈ। ਗੁਰਮਤਿ ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਤੇ ਸੰਗਤ ਬਖਸ਼ਣ ਯੋਗ ਹੈ। ਬਖਸ਼ ਲੈਣਾ, ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਦਿਓ ਆਸ਼ੀਰਵਾਦ ਤੇ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।